पद पंकज बंदन पद पंकज बंदन सिमरो अंगद दोख निकंदन अमरदास हृदय नित ध्याओ हृदय नित ध्याओ। श्री गुरु रामदास गुण गाओ। श्री अर्जन विघ्नन के नाशक विघ्नन के नाशक हर गोविंद शुभ सुमत प्रकाशिक। श्री हर राय नमो कर जोरी नमो कर जोरी। गुरु हर कृष्ण मनाए बोरी। तेग बहादुर परम कृपाला जी परम कृपाला। श्री गुरु गोविंद सिंह विशाला। तरों तरा तर पुन पुन शीस पुन पुन शीस बंदो बार बार जगदीश। जिसमें है अमृत ज्ञान है मानस भगत वैराग। श्री गुरु ग्रंथ साहिब उदद बंदो कर अनुराग। एक ओंकार सतगुरु तेह प्रसाद सच होए। वाहिगुरु जी की फतेह। विघ्न विनाशन सोए। वाहिगुरु जी की फतेह। विघ्न विनाशन सोए। दोहरा इस प्रकार श्री सतगुरु खिलत वैरनिक संत। बालक वृंदन के सहित तावत गए बिक संत। परम सन्मान योग चवर छत्र तखत दे मालिक ज़ाहरा ज़रूर हाजरा हजूर सर्व कला भरपूर सतगुरु साहिब श्री गुरु ग्रंथ साहिब जी महाराज सतगुरु जी की पावन पवित्र हजूरी अंदर उपस्थित गुरु सवारे गुरु प्यारे सतसंगी जनों, आओ महाराज जी की अपार बख्शिश नाल संध्या वेले दे पावन पवित्र दीवाना की प्रारंभता करिए। गुरु इतिहास की लड़ीवार कथा विचार सतगुरु श्री गुरु तेग बहादुर महाराज जी के पवित्र स्थानां ते आप संगत रोज़ाना प्यार अद भावना सहित सरवण करते हो। चलती आ रही लड़ी तहत थोड़ा जिहा समा महाराज जी के जीवन वृतांतां दे नाल जुड़न दा आपां यतन करते हैं। सब तो पहला महाराज जी तो आग्ञा लईए, अपनी रसना नूं पवित्र करिए। गुरु फतेह नाल सांझ पाओ। फतेह परवानो जी। वाहिगुरू जी का खालसा वाहिगुरू जी की फतेह। कल दे दीवाना अंदर जिथे संपन्नता होई सतगुरु साहिब श्री गुरु गोबिंद सिंह साहिब जी महाराज जिन्हां दे जो बाल चोज ने छोटी उम्र दे विच जिस वक्त पटना साहिब की धरती ते अवतार होया ते बाल उम्र दे विच जिस वक्त जो क्रियावां कर रहे हैं, जिस तरह विचर रहे हैं बचपने तो लैकर के
ਭਾਈ ਸੰਤੋਖ ਸਿੰਘ ਸਾਹਿਬ ਜੀ ਹੋਰਾਂ ਨੇ ਬੜੇ ਵਿਸਤਾਰ ਸਹਿਤ ਆਪਣੀ ਇਸ ਰਚਨਾ ਦੇ ਵਿੱਚ ਜ਼ਿਕਰ ਕੀਤਾ ਸੀ। ਇਸ ਤੋਂ ਅੱਗੇ ਹੁਣ ਜਿਹੜੀ ਅੱਜ ਵਿਚਾਰ ਪ੍ਰਾਰੰਭ ਹੋ ਰਹੀ ਹੈ, ਜਿਸ ਵਕਤ ਸਰੀਰ ਨੇ ਵਿਕਾਸ ਕੀਤਾ ਹੈ, ਉਮਰ ਕੋਈ 1-1.5 ਵਰ੍ਹੇ 2 ਵਰ੍ਹਿਆਂ ਤੋਂ ਵੱਧ ਹੋਈ ਹੈ। ਲਾਲ ਗੋਬਿੰਦ ਰਾਏ ਜੀ ਆਪਣੇ ਵਿਹੜੇ ਅੰਦਰ ਤੇ ਬਾਹਰ ਦਿਆਂ ਕੁਝ ਸਥਾਨਾਂ ਤੇ ਖੇਡਣਾ ਸ਼ੁਰੂ ਕਰਦੇ ਨੇ, ਵਿਚਰਦੇ ਨੇ, ਹੱਸਦੇ ਨੇ ਤੇ ਬੇਅੰਤ ਸਾਰੇ ਸਿੱਖਾਂ ਨੂੰ ਆਪਣੇ ਉਸ ਹਾਸੇ ਰਾਹੀਂ ਵੀ ਬਹੁਤ ਬਖਸ਼ਿਸ਼ਾਂ ਦੇ ਦਿੰਦੇ ਨੇ। ਉਹਦਾ ਜ਼ਿਕਰ ਭਾਈ ਸਾਹਿਬ ਜੀਆਂ ਨੇ ਇਉਂ ਕੀਤਾ, ਇਸ ਪ੍ਰਕਾਰ ਸ੍ਰੀ ਸਤਿਗੁਰੂ ਖਿਲਤ ਵਹਿਰ ਨਿਕ ਸੰਤਨ। ਅਰਬਲਾ ਵੱਡੀ ਹੋ ਗਈ ਹੈ, ਸਰੀਰ ਵਿਕਾਸ ਕਰ ਚੁੱਕਿਆ। ਜਿਵੇਂ ਇੱਕ ਆਪਾਂ ਕਹਿ ਲਈਏ 2-3 ਸਾਲ ਦਾ ਕੋਈ ਬੱਚਾ, ਮਹਾਰਾਜ ਖੇਡਦੇ ਹਨ ਤੇ ਖੇਡਦੇ ਖੇਡਦੇ ਆਪਣੇ ਘਰ, ਆਪਣੇ ਗ੍ਰਹਿ ਤੋਂ ਬਾਹਰ ਵੀ ਕੁਝ ਦੂਰੀ ਤੱਕ ਚਲੇ ਜਾਂਦੇ ਹਨ। ਬਾਲਕ ਬ੍ਰਿੰਦਨ ਕੇ ਸਹਿਤ ਧਾਵਤ ਗਹਿ ਬਿਕਸੰਤ। ਨਾਲ ਆਪਣੀ ਉਮਰ ਦੇ ਕੁਝ ਹੋਰ ਬਾਲਕ ਨੇ ਪਟਨਾ ਸਾਹਿਬ ਜੀ ਦੇ ਅੰਦਰ, ਜਿੱਥੇ ਸਤਿਗੁਰੂ ਜੀ ਦਾ ਅਵਤਾਰ ਹੋਇਆ, ਹਾਣੀ ਉਮਰ ਦੇ ਜਿਹੜੇ ਛੋਟੇ ਬੱਚੇ ਹੋਰ ਨੇ ਉਹ ਵੀ ਨਾਲ ਆ ਜਾਂਦੇ ਨੇ। ਇਸ ਵਿੱਚ ਸਾਰੇ ਬਾਲਕ ਰਲ ਕਰਕੇ ਤੇ ਕੁਝ ਕਿਰੜਾਵਾਂ ਕਰਦੇ ਨੇ, ਖੇਡਾਂ ਕਰਦੇ ਨੇ। ਜਿਵੇਂ ਕਦੇ ਕਿਸੇ ਪਾਸੇ ਵੱਲ ਦੌੜ ਜਾਣਾ, ਕਦੇ ਕੁਝ ਖੇਡਣਾ, ਕਦੇ ਕਿਸੇ ਤਰ੍ਹਾਂ ਵਿਚਰਨਾ। ਸੋ ਇੱਦਾਂ ਇਹ ਸਭ ਨਾ ਹੁਣ ਪਟਨਾ ਸਾਹਿਬ ਦੀ ਧਰਤੀ ਤੇ ਇੱਕ ਅਲੌਕਿਕ ਨਜ਼ਾਰਾ ਹੈ ਸਤਿਗੁਰੂ ਜੀ ਕੇ ਬਾਲਪਨ ਦਾ, ਛੋਟੀ ਉਮਰ ਦਾ, ਜੋ ਭਾਈ ਸੰਤੋਖ ਸਿੰਘ ਸਾਹਿਬ ਜ਼ਿਕਰ ਕਰਦੇ ਨੇ ਵੀ ਇਹ ਸਭ ਸ਼ੁਰੂ ਹੋਇਆ ਹੈ ਜੀ। ਸੁਵਈਆ ਇਕ ਦਇਓਸਲੇ ਸੰਗ ਬਾਲਿਕ ਬਿਰਦਨ ਮਾਤ ਕੀ ਆਸਤੇ ਹਰ ਖਾਏ। ਇੱਕ ਦਿਵਸ ਤੋਂ ਭਾਵ ਇੱਕ ਦਿਨ ਐਸਾ ਹੋਇਆ ਕਿ ਲਾਲ ਗੋਬਿੰਦ ਰਾਏ ਜੀ ਜੋ ਹਨ, ਉਹਨਾਂ ਨੇ ਆਪਣੇ ਨਾਲ ਆਪਣੇ ਹਾਣੀਆਂ ਨੂੰ ਲਿਆ। ਛੋਟੇ ਬੱਚੇ ਜਿਹੜੇ ਹੋਰ ਉਹਨਾਂ ਨਾਲ ਖੇਡਦੇ ਨੇ, ਉਹਨਾਂ ਨੂੰ ਨਾਲ ਲਿਆ ਤੇ ਉਹਨਾਂ ਬੱਚਿਆਂ ਨੂੰ ਨਾਲ ਲੈ ਕਰਕੇ ਮਾਤ ਕੀ ਆਇਸ ਤੇ ਹਰ ਖਾਏ। ਮਾਤਾ ਜੀਆਂ ਤੋਂ ਇਹ ਆਗਿਆ ਲਈ, ਮਾਤਾ ਨਾਨਕੀ ਜੀਆਂ ਤੋਂ ਇਹ ਆਗਿਆ ਲਈ ਵੀ ਸਾਨੂੰ ਹੁਕਮ ਦਿਓ ਕਿ ਅਸੀਂ ਕੁਝ ਥੋੜ੍ਹਾ ਬਾਹਰ ਕਿਤੇ ਦੂਰ ਦੇ ਸਥਾਨ ਤੇ ਬੱਚਿਆਂ ਦੇ ਨਾਲ ਖੇਡ ਕਰ ਸਕੀਏ। ਸੋ ਮਾਤਾ ਜੀਆਂ ਤੋਂ ਆਗਿਆ ਲਈ ਤੇ ਨਾਲ ਲੈ ਕਰਕੇ ਉਹਨਾਂ ਨੂੰ ਚੱਲਦੇ ਹਨ। ਮਿਲ ਮਾਤਲ ਸੰਗ ਸੋ ਗੰਗ ਨਦੀ ਤਟ, ਆਜ ਚਲੇ ਜਲ ਕੋ ਦਰਸਾਏ। ਨਿਜ ਮਾਤਲ ਸੰਗ, ਨਿਜ ਮਾਤਲ ਤੋਂ ਭਾਵ ਜਿਹੜੇ ਸਤਿਗੁਰੂ ਜੀ ਕੇ ਮਾਮਾ ਜੀ ਹਨ, ਮਾਤਾ ਗੁਜਰੀ ਜੀ ਦੇ ਭਰਾਤਾ ਮਾਮਾ ਕਿਰਪਾਲ ਚੰਦ ਜੀ, ਉਹਨਾਂ ਨਾਲ ਅਕਸਰ ਲਾਲ ਗੋਬਿੰਦ ਰਾਏ ਜੀ ਬਹੁਤ ਖੇਡਿਆ ਕਰਦੇ ਸਨ। ਦੂਰ ਸਥਾਨਾਂ ਤੇ ਵੀ ਬਹੁਤ ਚਲੇ ਜਾਂਦੇ ਸਨ। ਹੁਣ ਮਾਮਾ ਕਿਰਪਾਲ ਚੰਦ ਜੀਆਂ ਨੂੰ ਨਾਲ ਲਿਆ, ਨਾਲ ਕੁਝ ਬੱਚਿਆਂ ਨੂੰ ਬੁਲਾਇਆ, ਆਪਣੇ ਹਾਣੀਆਂ ਨੂੰ ਬੁਲਾਇਆ ਤੇ ਪਹੁੰਚਦੇ ਹਨ ਗੰਗਾ ਨਦੀ ਦੇ ਤੱਟ ਤੇ, ਜੋ ਕਿ ਪਟਨੇ ਦੇ ਐਨ ਪਾਸ ਜੜ ਚੋਂ ਵਹਿੰਦੀ ਹੈ। ਸੋ ਉਸ ਗੰਗਾ ਨਦੀ ਦੇ ਤੱਟ ਤੇ ਸਤਿਗੁਰੂ ਬਾਲ ਗੋਬਿੰਦ ਰਾਏ ਜੀ ਪਹੁੰਚੇ ਹਨ। ਆਜ ਚਲੇ ਦਲ ਕੋ ਦਰਸਾਏ, ਤੇ ਮਨ ਦੇ ਅੰਦਰ ਇੱਛਾ ਇਹ ਹੈ ਕਿ ਅੱਜ ਅਸੀਂ ਗੰਗਾ ਦੇ ਤੱਟ ਤੇ ਜਾਂ ਗੰਗਾ ਦੇ ਵਿੱਚ ਜਾ ਕਰਕੇ ਵਗਦੇ ਹੋਏ, ਵਹਿੰਦੇ ਹੋਏ ਜਲ ਦੇ ਪ੍ਰਵਾਹ ਨੂੰ ਵੇਖਣਾ ਹੈ ਜੀ। ਨਿਕਸੇ ਨਿਜ ਧਾਮ ਗੁਰੂ ਅਬ ਰਾਮ, ਸੋ ਕਾਮਨਾ ਜਾਚਕ ਕੀ ਪੁਰਵਾਏ। ਨਿਕਸੇ ਨਿਜ ਧਾਮ, ਨਿਕਸੇ ਤੋਂ ਭਾਵ ਜਿਸ ਵਕਤ ਮਾਤਾ ਜੀਆਂ ਤੋਂ ਆਗਿਆ ਲੈ ਲਈ ਹੈ, ਮਾਮਾ ਕਿਰਪਾਲ ਚੰਦ ਜੀ ਨਾਲ ਚੱਲੇ ਨੇ ਤੇ ਆਪਣੇ ਨਿਜ ਗ੍ਰਹਿ ਜਿਸ ਸਥਾਨ ਤੇ ਸਤਿਗੁਰੂ ਜੀ ਵਸਦੇ ਹਨ, ਸਤਿਗੁਰੂ ਜੀ ਦਾ ਜੋ ਆਪਣਾ ਘਰ ਹੈ ਪਟਨੇ ਦੀ ਧਰਤੀ ਤੇ, ਉੱਥੋਂ ਬਾਹਰ ਨਿਕਲੇ ਹਨ। ਗੁਰਧਾਮ ਅਬਰਾਮ, ਮਹਾਰਾਜ ਬੜੀ ਮੌਜ ਵਿੱਚ, ਬੜੀ ਬਖਸ਼ਿਸ਼ ਵਿੱਚ ਆਪਣੇ ਘਰ ਤੋਂ ਆਪਣੇ ਹਾਣੀਆਂ ਦੇ ਨਾਲ ਮਾਮਾ ਕਿਰਪਾਲ ਚੰਦ ਜੀ ਨੂੰ ਨਾਲ ਲੈ ਕੇ ਬਾਹਰ ਨਿਕਲੇ। ਅੱਗੇ ਨਾਲ ਹੀ ਭਾਈ ਸਾਹਿਬ ਕਹਿੰਦੇ ਨੇ ਸੋ ਕਾਮਨਾ ਜਾਚਕ ਕੀ ਪੁਜਵਾਏ। ਫਿਰ ਰਸਤੇ ਦੇ ਵਿੱਚ ਜਿਹੜੇ ਵੀ ਕੋਈ ਭਾਵਨਾ ਵਾਲੇ ਹਿਰਦੇ ਮਿਲ ਜਾਂਦੇ ਨੇ, ਜਿਵੇਂ ਪਟਨਾ ਸਾਹਿਬ ਦੀ ਧਰਤੀ ਦੀ ਜਿੰਨੀ ਸੰਗਤ ਹੈ, ਉਹਨਾਂ ਦੇ ਬੜੇ ਵੱਡੇ ਸੁਭਾਗ ਸਨ ਕਿ ਉਹ ਸਵੇਰੇ ਸ਼ਾਮ ਹੀ ਲਾਲ ਗੋਬਿੰਦ ਰਾਏ ਜੀ ਕੇ ਦਰਸ਼ਨ ਕਰਿਆ ਕਰਦੇ ਸਨ। ਜਦੋਂ ਤੋਂ ਸਤਿਗੁਰੂ ਗੁਰੂ ਤੇਗ ਬਹਾਦਰ ਜੀ ਮਹਾਰਾਜ ਉਸ ਪਵਿੱਤਰ ਧਰਤੀ ਨੂੰ ਨਿਵਾਜਦੇ ਨੇ, ਪਟਨੇ ਦੀ ਸਾਰੀ ਸੰਗਤ ਅਦਬ ਨਾਲ ਗੁਰੂ ਪ੍ਰਤੀ ਦਰਸ਼ਨ ਕਰਨ ਦੇ ਲਈ ਸਵੇਰੇ ਸ਼ਾਮ ਪਹੁੰਚਦੀ ਸੀ। ਤੇ ਵੈਸੇ ਵੀ ਜੇ ਕਿਤੇ ਆਉਂਦਿਆਂ ਜਾਂਦਿਆਂ ਸੰਗਤ ਨੂੰ ਦਰਸ਼ਨ ਹੋ ਜਾਂਦੀ ਤੇ ਬਹੁਤ ਵੱਡੇ ਸੁਭਾਗ ਸਮਝਦੇ ਸਨ। ਸੋ ਇਸ ਵਿਧ ਹੁਣ ਜਿਸ ਵਕਤ ਲਾਲ ਗੋਬਿੰਦ ਰਾਏ ਜੀ ਆਪਣੀ ਛੋਟੀ ਆਰਬਲਾ ਦੇ ਵਿੱਚ ਮਾਮਾ ਕਿਰਪਾਲ ਚੰਦ ਜੀਆਂ ਨੂੰ ਲੈ ਕਰਕੇ ਤੇ ਨਾਲ ਬਾਹਰ ਗੰਗਾ ਦੇ ਤੱਟ ਤੇ ਚੱਲੇ ਨੇ,
ਰਾਸਤੇ ਵਿੱਚ ਜੇ ਕੋਈ ਭਾਵਨਾ ਵਾਲਾ ਹਿਰਦਾ ਮਿਲਦਾ ਹੈ, ਕੋਈ ਗੁਰਸਿੱਖ ਮਿਲਦਾ ਹੈ, ਕੋਈ ਪਿਆਰ ਵਾਲਾ ਮਿਲਦਾ ਹੈ, ਉਹ ਫਿਰ ਅਦਬ ਵਿੱਚ ਆ ਕੇ ਲਾਲ ਗੋਬਿੰਦ ਰਾਏ ਜੀਆਂ ਵੱਲ ਵੇਖ ਕਰਕੇ ਤੇ ਸੀਸ ਝੁਕਾ ਦਿੰਦਾ। ਗੁਰੂ ਪੁੱਤਰ ਜਾਣ ਕੇ, ਪੂਰਨ ਬਖਸ਼ਿਸ਼ ਦੇ ਮਾਲਕ ਜਾਣ ਕੇ ਨਮਸਕਾਰ ਕਰ ਦਿੰਦਾ। ਤੇ ਉਸ ਨਮਸਕਾਰ ਦੇ ਵਿੱਚੋਂ ਹੀ ਲਾਲ ਗੋਬਿੰਦ ਰਾਏ ਜੀ ਐਸੀ ਬਖਸ਼ਿਸ਼ ਕਰਦੇ ਨੇ ਵੀ ਉਸ ਭਾਵਨਾ ਵਾਲੇ ਹਿਰਦੇ ਦੀ ਜਿਹੜੀ ਕਾਮਨਾ ਹੈ, ਜੋ ਵੀ ਉਹਦੀ ਇੱਛਾ ਹੁੰਦੀ ਹੈ, ਉਹ ਪੂਰੀ ਕਰ ਦਿੰਦੇ ਹਨ। ਮੁਖ ਸੁੰਦਰ ਤੇ ਬਚ ਬੋਲਤ ਹੈ, ਜਨ ਫੂਲ ਚਰੈ ਹੁਲ ਸੈ ਸਮੁਦਾਏ। ਮੁਖ ਸੁੰਦਰ ਤੇ ਕਿਉਂਕਿ ਛੋਟੀ ਆਯੂ ਹੈ, ਮੁਖ ਦੀ ਨੁਹਾਰ ਆਪਾਂ ਪਿੱਛੇ ਵੀ ਇਹ ਇਤਿਹਾਸ ਵਿੱਚ ਪੜ੍ਹਿਆ ਸੀ, ਬਹੁਤ ਸੋਹਣੀ ਹੈ, ਵੇਖਣ ਵਾਲੇ ਨੂੰ ਉਹ ਸੂਰਤ ਪ੍ਰਭਾਵਿਤ ਕਰਦੀ ਹੈ। ਤੇ ਜਿਸ ਵਕਤ ਉਸ ਪਵਿੱਤਰ ਮੂਰਤ ਦੇ ਮੁਖ ਤੋਂ ਕੋਈ ਬੋਲ ਉਚਾਰਨ ਹੁੰਦਾ ਹੈ, ਕਿਉਂਕਿ ਅਜੇ ਸਰੀਰ ਵਿਕਾਸ ਅੰਦਰ ਹੈ, ਆਲਪਨਾ ਛੋਟੀ ਹੈ, ਉਸ ਪਵਿੱਤਰ ਮੁਖ ਤੋਂ ਜੋ ਬੋਲ ਉਚਾਰਨ ਹੁੰਦਾ ਹੈ, ਉਹ ਬੋਲ ਇਤਨੀ ਬਖਸ਼ਿਸ਼ ਵਾਲਾ ਹੈ, ਜਨ ਫੂਲ ਚਰੈ ਹੁਲਸੇ ਸਮੁਦਾਏ, ਕਿ ਜਿਵੇਂ ਹੀ ਉਹ ਬੋਲ ਪ੍ਰਗਟ ਹੋਇਆ ਤੇ ਉਹ ਬੋਲ ਥੋੜ੍ਹੇ ਸਮੇਂ ਦੇ ਵਿੱਚ ਹੀ ਉਹ ਬਚਨ ਸੱਚ ਹੋ ਜਾਂਦੇ ਨੇ। ਜਿਹਦੇ ਲਈ ਵੀ ਉਹ ਬੋਲ ਉਚਾਰਨ ਹੁੰਦਾ ਨਾ, ਕਿਸੇ ਵੀ ਗੁਰਸਿੱਖ ਲਈ ਜਾਂ ਕਿਸੇ ਵੀ ਭਾਵਨਾ ਵਾਲੇ ਹਿਰਦੇ ਦੇ ਲਈ ਉਹ ਬੋਲ ਮਹਾਰਾਜ ਨੇ ਆਪਣੇ ਮੁਖ ਤੋਂ ਬੋਲ ਦਿੱਤਾ। ਕਿਉਂਕਿ ਆਰਬਲਾ ਅਜੇ ਬਹੁਤ ਛੋਟੀ ਹੈ, ਫਿਰ ਵੀ ਉਹ ਜਿਹੜੇ ਬਚਨ ਨੇ ਉਹ ਪੂਰੇ ਹੋ ਜਾਂਦੇ ਨੇ। ਤੇ ਜਦੋਂ ਕਿਸੇ ਦੇ ਉਹ ਬੋਲ ਕਿਸੇ ਪ੍ਰਤੀ ਮਹਾਰਾਜ ਜੀ ਕਿ ਉਹ ਬਚਨ ਪੂਰੇ ਹੁੰਦੇ ਨੇ, ਫਿਰ ਮਾਨੋ ਉਸ ਗੁਰਮੁਖ ਦੇ ਹਿਰਦੇ ਦੀ ਜਿਹੜੀ ਭਾਵਨਾ ਹੈ ਉਹ ਇੰਨੀ ਵੱਧ ਜਾਂਦੀ ਹੈ ਵੀ ਹੁਣ ਉਹਨੂੰ ਬਿਆਨ ਨਹੀਂ ਕੀਤਾ ਜਾ ਸਕਦਾ ਹੈ ਜੀ। ਬੀਤ ਕਾ ਮੈਂ ਬੋ ਬਾਲਕ, ਭਾਉ ਤੇ ਕ੍ਰੀੜਕ ਜਾਤ ਸੁਹਾਵਤ ਹੈ। ਬੀਤਕਾ ਕਹਿੰਦੇ ਨੇ ਗਲੀਆਂ ਨੂੰ, ਜਿਹੜਾ ਆਪਣੇ ਨਗਰਾਂ ਵਿੱਚ ਆਪਾਂ ਵੇਖਦੇ ਹਾਂ ਨਾ, ਗਲੀਆਂ ਹੁੰਦੀਆਂ ਨੇ, ਕੋਈ ਕਿਸੇ ਦਿਸ਼ਾ ਤੋਂ ਕਿਸੇ ਪਾਸੇ ਵੱਲ ਨੂੰ, ਕੋਈ ਕਿਸੇ ਪਾਸੇ ਵੱਲ ਨੂੰ। ਇਹਦੇ ਲਈ ਸ਼ਬਦ ਵਰਤਿਆ ਜਾਂਦਾ ਬੀਤਕਾ। ਬਾਣੀ ਵਿੱਚ ਵੀ ਇਹ ਸ਼ਬਦ ਹੈ, ਹਉ ਢੁੰਡੇਂਦੀ ਦਰਸ਼ਨ ਕਾਰਨ ਬੀਤੀ ਬੀਤੀ ਪੇਖਾ। ਸੋ ਇਹ ਸ਼ਬਦ ਹੈ ਬੀਤਕਾ, ਗਲੀਆਂ ਦੇ ਲਈ। ਬੀਤਕਾ ਮੈਂ ਬਹੁ ਬਾਲਕ ਭਾਵ ਤੇ, ਜਿਵੇਂ ਜਿਵੇਂ ਪਟਨਾ ਦੀਆਂ ਗਲੀਆਂ ਦੇ ਵਿੱਚੋਂ ਲੰਘ ਰਹੇ ਸਨ ਗੰਗਾ ਵੱਲ ਜਾਣ ਦੇ ਲਈ, ਤੇ ਨਾਲ ਜਿਹੜੇ ਬੱਚੇ ਸਨ, ਜਿਹੜੇ ਹਾਣੀ ਸਨ ਲਾਲ ਗੋਬਿੰਦ ਰਾਏ ਜੀਆਂ ਦੇ, ਉਹ ਵੀ ਬੜੇ ਅਤਿਅੰਤ ਚੰਚਲ ਨੇ। ਬੱਚਿਆਂ ਦਾ ਤਾਂ ਸੁਭਾਅ ਵੀ ਵੈਸੇ ਚੰਚਲ ਹੀ ਹੁੰਦਾ। ਜਦੋਂ ਵੀ ਉਹ ਵਿਚਰਦੇ ਨੇ, ਉਹ ਆਪਣੀ ਮੌਜ ਵਿੱਚ, ਕੋਈ ਕਿਸੇ ਪਾਸੇ ਸ਼ਰਾਰਤ ਕਰਦਾ ਹੈ, ਕੋਈ ਕਿਸੇ ਪਾਸੇ ਨੂੰ ਛੇੜਖਾਨੀ ਕਰਕੇ ਤੁਰਦਾ, ਬੜੇ ਆਨੰਦ ਵਿੱਚ ਤੁਰਦੇ ਨੇ। ਸੋ ਇੱਦਾਂ ਸਾਰੇ ਬਾਲਕ ਲਾਲ ਗੋਬਿੰਦ ਰਾਏ ਜੀਆਂ ਦੇ ਜਿਹੜੇ ਹਾਣੀ ਨੇ, ਪਟਨੇ ਦੀ ਧਰਤੀ ਤੇ ਗਲੀਆਂ 'ਚੋਂ ਲੰਘਦੇ ਹੋਏ ਗੰਗਾ ਵੱਲ ਨੂੰ ਜਾ ਰਹੇ ਸਨ। ਤੇ ਜਿਵੇਂ ਹੀ ਜਾ ਰਹੇ ਹਨ, ਜੋ ਵੀ ਕੋਈ ਰਸਤੇ ਵਿੱਚ ਉਹਨਾਂ ਦੇ ਦਰਸ਼ਨ ਕਰਦਾ ਹੈ, ਉਹ ਸਾਰਾ ਹੀ ਸਭ ਕੋਈ ਅਦਬ ਵਿੱਚ ਆ ਕਰਕੇ ਸੀਸ ਨਿਵਾਉਂਦਾ ਹੈ ਜੀ। ਦੇਖਤ ਸੇਵਕ ਕੈ ਨਰ ਆਨ ਪ੍ਰਭਾਵ ਤੇ ਸੀਸ ਨਿਵਾਵਤ ਹੈ। ਦੇਖਤ ਜੋ ਵੀ ਕੋਈ ਦੇਖਦਾ ਹੈ, ਕੋਈ ਸਤਿਗੁਰੂ ਜੀ ਕੇ ਘਰ ਦਾ ਸੇਵਕ ਸਿੱਖ ਹੈ ਜਾਂ ਕੋਈ ਹੋਰ ਪਟਨੇ ਦੀ ਧਰਤੀ ਤੇ ਵਸਣ ਵਾਲਾ ਕੋਈ ਅਨਮਤ ਵਾਲਾ ਵੀ ਹੈ, ਸੋ ਜਦੋਂ ਉਸ ਬਖਸ਼ਿਸ਼ ਨੂੰ ਵੇਖਦੇ ਹਨ, ਲਾਲ ਜੀਆਂ ਨੂੰ ਖੇਡਦੇ ਵੇਖਦੇ ਹਨ ਜਾਂ ਆਪਣੇ ਹਾਣੀਆਂ ਦੇ ਨਾਲ ਇੱਦਾਂ ਕਿਰਿਆਵਾਂ ਕਰਦੇ ਵੇਖਦੇ ਹਨ, ਇਹਦਾ ਬਹੁਤ ਗਹਿਰਾ ਪ੍ਰਭਾਵ ਪੈਂਦਾ ਉਹਨਾਂ ਹਿਰਦਿਆਂ ਤੇ, ਬਹੁਤ ਵੱਡੀ ਬਖਸ਼ਿਸ਼ ਮਿਲਦੀ ਹੈ। ਸੋ ਇਸੇ ਪ੍ਰਭਾਵ ਦੇ ਅਧੀਨ ਹੀ ਸਭ ਕੋਈ ਆ ਕਰਕੇ ਲਾਲ ਜੀਆਂ ਨੂੰ ਨਮਸਕਾਰ ਕਰਦਾ ਹੈ ਜੀ। ਆਪਸ ਮੈਂ ਮਿਲ ਕੇ ਪੁਰਕੇ ਨਰ ਕੀਰਤ ਬ੍ਰਿੰਦ ਸੁਨਾਵਤ ਹੈ। ਤੇ ਭਾਈ ਸੰਤੋਖ ਸਿੰਘ ਸਾਹਿਬ ਅੱਗੇ ਜ਼ਿਕਰ ਕਰਦੇ ਨੇ ਕਿ ਇਹ ਜਿਹੜੇ ਕੌਤਕ ਨੇ ਨਾ ਲਾਲ ਗੋਬਿੰਦ ਰਾਏ ਜੀਆਂ ਦੇ, ਕਿਉਂਕਿ ਇਹ ਬਾਲ ਚੋਜ ਬੜਾ ਲੰਬਾ ਵਿਸਤਾਰ ਹੈ ਇਹਨਾਂ ਦਾ ਅੱਗੇ, ਇਹ ਜਿਹੜੇ ਕੌਤਕ ਨੇ, ਇਹਨਾਂ ਕੌਤਕਾਂ ਨੂੰ ਜਦੋਂ ਪਟਨੇਪੁਰ ਵਾਸੀ ਜਾਂ ਹੋਰ ਗੁਰੂ ਘਰ ਵਿੱਚ ਆਉਣ ਵਾਲੀ ਦੂਰ ਨੇੜੇ ਦੀ ਸੰਗਤ, ਦੇਸ਼ਾਂ ਵਿਦੇਸ਼ਾਂ ਤੋਂ ਆਉਣ ਵਾਲੇ ਸਿੱਖ ਜਦੋਂ ਆ ਕਰਕੇ ਆਪਣਿਆਂ ਨੇਤਰਾਂ ਨਾਲ ਇਹ ਸਭ ਵੇਖਦੇ ਸਨ, ਇੱਕ ਤੇ ਉਹ ਵਿਸਮਾਦ ਹੋ ਜਾਂਦੇ ਸਨ, ਅਚਰਜ ਹੈਰਾਨੀ ਮੰਨਦੇ ਸਨ ਵੀ ਇਹ ਇਤਨੀ ਬਖਸ਼ਿਸ਼ ਇੰਨੀ ਛੋਟੀ ਉਮਰ ਦੇ ਵਿੱਚ ਤੇ ਕੇਵਲ ਗੁਰੂ ਪੁੱਤਰ ਵਿੱਚ ਹੀ ਹੋ ਸਕਦੀ ਹੈ। ਫਿਰ ਆਪਸ ਦੇ ਵਿੱਚ ਵੀ ਜਦੋਂ ਕਿਤੇ ਮਿਲਦੇ ਸਨ ਨਾ, ਤੇ ਉੱਥੇ ਕੋਈ ਵਿਚਾਰ ਚੱਲਦੀ ਸੀ ਆਪਸ ਵਿੱਚ ਬਹਿ ਕੇ, ਜਿਵੇਂ ਕਈ ਵਾਰ ਗੱਲਾਂ ਚੱਲ ਪੈਂਦੀਆਂ ਹਨ, ਉੱਥੇ ਵੀ ਫਿਰ ਇਹੀ ਬਾਤਾਂ ਚੱਲਦੀਆਂ ਸਨ ਵੀ ਜਿਹੜੇ ਲਾਲ ਗੋਬਿੰਦ ਰਾਏ ਗੁਰੂ ਤੇਗ ਬਹਾਦਰ ਮਹਾਰਾਜ ਜੀ ਕੇ ਗ੍ਰਹਿ ਵਿਖੇ ਪ੍ਰਗਟੇ ਨੇ, ਉਹ ਸੰਸਾਰਿਕ ਮਨੁੱਖ ਨਹੀਂ ਨੇ। ਉਹਨਾਂ ਦੀ ਜਿਹੜੀ ਉਹਨਾਂ ਦੇ ਜਿਹੜੇ ਕਰਤੱਵ ਨੇ ਨਾ, ਜੋ ਉਹਨਾਂ ਦੀ ਕਿਰਿਆ ਹੈ, ਉਹ ਸੰਸਾਰਿਕ ਮਨੁੱਖਾਂ ਵਾਂਗ ਨਹੀਂ ਹੈ, ਉਹ ਕੁਝ ਵੱਖਰੇ ਨੇ, ਕੋਈ ਵੱਖਰਾ ਉਹਨਾਂ ਦੇ ਵਿੱਚੋਂ ਸਾਨੂੰ ਵੇਖਣ ਨੂੰ ਮਿਲਦਾ ਹੈ ਜੀ। ਦੀਸਤ ਹੈ ਲਘੂ ਰੂਪ ਗੁਰੂ ਤੋ ਤੇਜ ਵਿਸਾਲ ਦਿਖਾਵਤ ਹੈ। ਦੀਸਤ ਹੈ, ਦੀਸਤ ਤੋਂ ਭਾਵ ਅਜੇ ਦਿਸਦੇ ਨੇ। ਲਘੂ, ਲਘੂ ਦਾ ਮਤਲਬ ਹੁੰਦਾ ਛੋਟਾ, ਬਿਲਕੁਲ ਛੋਟਾ, ਕਿਉਂਕਿ ਆਰਬਲ ਅਜੇ ਕੋਈ 2-2.5 ਵਰਿਆਂ ਦੀ ਅਸੀਂ ਮੰਨ ਸਕਦੇ ਹਾਂ।
ਸੋ ਦਿਸਦੇ ਹਨ ਲਘੂ ਰੂਪ, ਛੋਟਾ, ਬਿਲਕੁਲ ਛੋਟਾ ਸਰੀਰ ਹੈ ਇਹ ਗੁਰੂ ਦਾ। ਕਿਉਂਕਿ ਇੱਥੇ ਅਸੀਂ ਜਿਸ ਹਿਸਾਬ ਨਾਲ ਭਾਈ ਸੰਤੋਖ ਸਿੰਘ ਜੀ ਹੋਰਾਂ ਨੇ ਲਿਖਿਆ ਹੈ ਨਾ, ਇੱਦਾਂ ਹੀ ਦਰਸ਼ਨ ਕਰ ਸਕਦੇ ਹਾਂ ਵੀ 2, 2.5 ਜਾਂ 3 ਵਰ੍ਹਿਆਂ ਦੀ ਆਰਬਲਾ ਤੱਕ ਲਾਲ ਗੋਬਿੰਦ ਰਾਏ ਜੀ ਦਾ ਜਿਹੜਾ ਸਰੀਰ ਹੈ, ਜਿਵੇਂ ਜਿਵੇਂ ਵਿਕਾਸ ਕਰ ਰਿਹਾ ਹੈ ਵੱਡੇ ਪਾਸੇ, ਸੋ ਬਿਲਕੁਲ ਛੋਟੇ ਰੂਪ ਦੇ ਵਿੱਚ ਦਿਖਦੇ ਹਨ। ਲੇਕਿਨ ਗੁਰੂ ਤੇਜ ਵਿਸ਼ਾਲ ਦਿਪਤਾਏ, ਲੇਕਿਨ ਉਹ ਛੋਟੇ ਜਿਹੇ ਸਰੂਪ ਦੇ ਵਿੱਚੋਂ ਵੀ ਜਿਹੜਾ ਤੇਜ ਨਜ਼ਰ ਆਉਂਦਾ, ਜਿਹੜੀ ਕਿਰਪਾ ਬਖਸ਼ਿਸ਼ ਨਜ਼ਰ ਆਉਂਦੀ ਹੈ, ਜਾਂ ਉਸ ਛੋਟੀ ਜਿਹੀ ਮੂਰਤ ਦੇ ਵਿੱਚੋਂ ਵੀ ਰੂਹਾਨੀਅਤ ਦਾ ਜਿਹੜਾ ਝਲਕਾਰਾ ਗੁਰਮੁਖ ਹਿਰਦਿਆਂ ਨੂੰ ਪੈਂਦਾ ਹੈ, ਉਹ ਇਉਂ ਕਹਿ ਲਈਏ ਵੀ ਕਹਿਣ ਕਥਨ ਤੋਂ ਪਰਾਂ ਹੈ, ਉਹ ਬਹੁਤ ਵੱਡੀ ਬਖਸ਼ਿਸ਼ ਹੈ ਜੀ। ਸ੍ਰੀ ਗੁਰੂ ਤੇਗ ਬਹਾਦਰ ਨੰਦਨ ਬੰਦਨ ਜੋ ਨਿਕੰਦਨ ਪੀਰਾ। ਸ੍ਰੀ ਗੁਰੂ ਤੇਗ ਬਹਾਦਰ ਨੰਦਨ, ਇਹ ਕੌਣ ਨੇ? ਲਾਲ ਨੇ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਕੇ ਨੰਦਨ, ਉਹਨਾਂ ਦੇ ਪੁੱਤਰ ਨੇ। ਅੱਗੇ ਭਾਈ ਸਾਹਿਬ ਜੀ ਲਿਖਦੇ ਨੇ ਬੰਦਨ, ਬੰਦਨ ਤੋਂ ਭਾਵ ਹੈ ਵੀ ਸਾਡੀ ਵੀ ਨਮਸਕਾਰ ਹੈ ਉਹਨਾਂ ਦੇ ਪੁੱਤਰਾਂ ਨੂੰ, ਉਹਨਾਂ ਦੇ ਬੱਚੇ ਨੂੰ, ਭਾਵ ਲਾਲ ਗੋਬਿੰਦ ਰਾਏ ਜੀ ਹੋਰਾਂ ਨੂੰ ਸਾਡੀ ਵੀ ਨਮਸਕਾਰ ਹੈ। ਬੰਦਨ ਜੋਗ ਨਿਕੰਦਨ ਪੀਰਾ, ਜਿਹੜੇ ਕਿ ਆਪਣੀ ਕਿਰਪਾ ਕਰਨ, ਮਿਹਰ ਕਰਨ, ਬਖਸ਼ਿਸ਼ ਕਰਨ ਤੇ ਸਾਡੇ ਵਰਗੇ ਜੀਵਾਂ ਦੀਆਂ ਜਿਹੜੀਆਂ ਪੀੜਾਂ ਨੇ, ਜਿਹੜੇ ਦੁੱਖ ਨੇ, ਉਹ ਆਪਣੀ ਇੱਕ ਮਿਹਰ ਦੇ ਨਾਲ, ਇੱਕ ਕਿਰਪਾ ਦੇ ਨਾਲ ਹਰ ਲੈਂਦੇ ਨੇ, ਆਪਣੀ ਬਖਸ਼ਿਸ਼ ਦੇ ਨਾਲ ਹੀ ਖਤਮ ਕਰ ਦਿੰਦੇ ਹਨ। ਬਾਕ ਫੁਰੈ ਕੈ ਜਾਏ ਸੁਭਾਇਕ, ਰੰਗ ਤੇ ਰਾਉ ਕਰੈ ਗੰਜ ਕੀਰਾ। ਬਾਕ ਫੁਰੈ, ਜਿਨ੍ਹਾਂ ਦਾ ਕਿਆ ਹੋਇਆ ਹਮੇਸ਼ਾ ਹੀ ਸੱਚ ਹੁੰਦਾ। ਬਾਕ ਫੁਰੈ ਦਾ ਮਤਲਬ ਵਾਕ ਦੀ ਸਿੱਧੀ ਜਿਹਦੇ ਪਾਸ ਹੋਵੇ। ਜਿਵੇਂ ਆਪਾਂ ਵੇਖਾਂਗੇ ਨਾ, ਕੁਝ ਮਨੁੱਖ ਸੰਸਾਰ 'ਚ ਐਸੇ ਹੁੰਦੇ ਨੇ ਜਿਨ੍ਹਾਂ ਦਾ ਬੋਲਿਆ ਹੋਇਆ ਇੱਕ ਵੀ ਬੋਲ ਕਦੀ ਵਿਅਰਥ ਨਹੀਂ ਜਾਂਦਾ, ਉਹਨੂੰ ਕਹਿੰਦੇ ਨੇ ਵਾਕ ਦੀ ਸਿੱਧੀ ਹੋਣੀ। ਤੇ ਸਤਿਗੁਰੂ ਜੀ ਦਾ ਬੋਲ ਤਾਂ ਕਦੇ ਵਿਅਰਥ ਹੋ ਹੀ ਨਹੀਂ ਸਕਦਾ, ਕਿਉਂਕਿ ਇਹ ਤੇ ਉਹ ਬੋਲ ਨੇ, ਬਾਣੀ ਵਿੱਚ ਵੀ ਮਹਾਰਾਜ ਨੇ ਲਿਖਿਆ ਜਾਕਾ ਕਇਆ ਦਰਗਹ ਚੱਲੈ। ਇਸ ਕਰਕੇ ਪੂਰਨ ਬਖਸ਼ਿਸ਼ ਦੇ ਮਾਲਕ ਨੇ, ਤੇ ਬਚਪਨੇ ਦੇ ਵਿੱਚ ਵੀ ਜੋ ਕੋਈ ਵਾਕ ਮੌਜ ਵਿੱਚ ਆ ਕੇ ਬੋਲ ਦਿੰਦੇ ਨੇ ਤੇ ਉਹ ਪੂਰਾ ਹੋ ਜਾਂਦਾ, ਫੁਰੈ ਪੂਰਾ ਹੁੰਦਾ। ਬਾਕ ਫੁਰੈ ਕਹਿ ਜਾਏ ਸੁਭਾਵਕ, ਸੁਭਾਵਕ ਤੋਂ ਭਾਵ ਜਿਵੇਂ ਹੱਸਦਿਆਂ ਹੱਸਦਿਆਂ ਵੀ ਕਿਸੇ ਨੂੰ ਕੁਝ ਕਹਿ ਗਏ ਨਾ, ਉਹ ਵੀ ਸਮਝੋ ਸੰਪੂਰਨ ਗੱਲ ਹੈ, ਉਹ ਵੀ ਪੂਰਾ ਹੋ ਗਿਆ। ਰੰਕ ਤੇ ਰਾਵ ਕਰੈ ਗਜ ਕੀਰਾ, ਇਤਨੀ ਬਖਸ਼ਿਸ਼ ਹੈ ਇਹਨਾਂ ਦੇ ਪਵਿੱਤਰ ਬੋਲਾਂ ਦੇ ਅੰਦਰ। ਰੰਕ ਸ਼ਬਦ ਵਰਤਿਆ ਜਾਂਦਾ ਗਰੀਬ ਦੇ ਲਈ, ਰਾਵ ਦੇ ਅਰਥ ਹੁੰਦੇ ਨੇ ਰਾਜਾ। ਜੇ ਕਿਤੇ ਲਾਲ ਗੋਬਿੰਦ ਰਾਏ ਜੀਆਂ ਨੇ ਬਾਲਪਨੇ ਦੇ ਵਿੱਚ ਵੀ ਸੁਭਾਵਕ ਕਿਸੇ ਨੂੰ ਕੁਝ ਕਹਿ ਦਿੱਤਾ, ਆਪਣੇ ਮੁਖ ਤੋਂ ਬੋਲ ਦਿੱਤਾ, ਤੇ ਉਹਨਾਂ ਬੋਲਾਂ ਵਿੱਚ ਵੀ ਇਤਨੀ ਤਾਕਤ ਹੈ ਕਿ ਉਹ ਬੋਲ ਵੀ ਕਿਸੇ ਮਨੁੱਖ ਨੂੰ ਭਿਖਾਰੀ ਤੋਂ ਰਾਜਾ ਬਣਾ ਸਕਦੇ ਨੇ ਤੇ ਕਿਸੇ ਨੂੰ ਰਾਜੇ ਤੋਂ ਭਿਖਾਰੀ ਵੀ ਕਰ ਸਕਦੇ ਨੇ। ਇਹ ਉਹਨਾਂ ਦੇ ਬੋਲਾਂ ਵਿੱਚ ਦੀ ਕਿਰਪਾ ਹੈ। ਕਰੈ ਗੱਜ ਕੀਰਾ, ਗੱਜ ਤੋਂ ਭਾਵ ਹੈ ਹਾਥੀ, ਤੇ ਕੀੜਾ ਹੁੰਦਾ ਕੀਰਾ, ਆ ਧਰਤੀ ਤੇ ਰੇਂਗਣ ਵਾਲਾ ਛੋਟਾ ਜਿਹਾ ਜੀਵ। ਉਹਨਾਂ ਬੋਲਾਂ ਦੇ ਵਿੱਚ ਇਤਨੀ ਕਿਰਪਾ ਹੈ। ਭਾਈ ਸੰਤੋਖ ਸਿੰਘ ਸਾਹਿਬ ਲਿਖਦੇ ਨੇ ਕਿ ਜੇ ਕਿਤੇ ਸੁਭਾਵਕ ਵੀ ਕਿਸੇ ਨੂੰ ਬੋਲ ਗਿਆ ਨਾ, ਤੇ ਜਾਂ ਤੇ ਉਹ ਕੀੜੇ ਤੋਂ ਹਾਥੀ ਥਾਪ ਦੇਣਗੇ, ਤੇ ਜਾਂ ਹਾਥੀ ਤੋਂ ਕੀੜੇ ਵਰਗਾ ਬਲ ਬਣਾ ਦੇਣਗੇ। ਜਿਤਨਾ ਬਲ ਹਾਥੀ ਵਿੱਚ ਹੈ, ਜਾਂ ਤੇ ਕੀੜੇ ਨੂੰ ਹਾਥੀ ਵਰਗਾ ਬਲ ਸੌਂਪ ਦੇਣਗੇ, ਤੇ ਜਾਂ ਫਿਰ ਹਾਥੀ ਦਾ ਬਲ ਛੀਣ ਕਰਕੇ ਤੇ ਉਹਨੂੰ ਕੀੜਾ ਕਰ ਦੇਣਗੇ। ਇਸ ਕਰਕੇ ਇਹ ਬੋਲਾਂ ਦੀ ਕਿਰਪਾ ਕੁਦਰਤੀ ਹੈ, ਇਹ ਜਨਮ ਤੋਂ ਹੀ ਹੈ, ਇਹ ਪ੍ਰਗਟ ਹੋਣ ਤੋਂ ਹੀ ਕਿਰਪਾ ਜਿਹੜੀ ਹੈ ਲਾਲ ਗੋਬਿੰਦ ਰਾਏ ਜੀ ਕੇ ਪਵਿੱਤਰ ਬੋਲਾਂ ਵਿੱਚ ਵਰਤ ਰਹੀ ਹੈ। ਭੂਖਨ ਸੁੰਦਰ ਸੂਰਤ ਹੈ, ਜਨ ਮੂਰਤ ਹੈ, ਰਸਬੀਰ ਸਦੀਰਾ। ਭੂਖਨ ਸੁੰਦਰ, ਕਿਉਂਕਿ ਆਪਣੇ ਤਨ ਤੇ ਬਹੁਤ ਸੁੰਦਰ ਕਈ ਵਾਰ ਗਹਿਣੇ ਆਦਿ ਪਾ ਲੈਂਦੇ ਨੇ। ਮੂਰਤ ਬਹੁਤ ਸੁੰਦਰ ਹੈ, ਮਹਾਰਾਜ ਜੀ ਕੇ ਮੁਖ ਦੀ ਨੁਹਾਰ ਪਿੱਛੇ ਬਹੁਤ ਜ਼ਿਕਰ ਆਇਆ, ਆਪਾਂ ਵਿਸਤਾਰ ਸਹਿਤ ਕੱਲ ਵੀ ਗੱਲ ਕੀਤੀ ਸੀ। ਇਤਨੀ ਪਿਆਰੀ ਮੂਰਤ ਹੈ ਕਿ ਜਿਵੇਂ ਹੁਣ ਕੋਈ ਨਿਗਾਹ ਭਰ ਕੇ ਉਸ ਮੂਰਤ ਵੱਲ ਤੱਕੇ, ਤੇ ਭਾਈ ਸੰਤੋਖ ਸਿੰਘ ਸਾਹਿਬ ਜੀ ਲਿਖਦੇ ਨੇ ਵੀ ਫਿਰ ਉਹ ਜਿਹੜੇ ਨੇਤਰ ਨੇ, ਉਹ ਨੇਤਰ ਫਿਰ ਉੱਥੋਂ ਹਟ ਕੇ ਹੋਰ ਪਾਸੇ ਵੇਖਣ ਨੂੰ ਰਾਜੀ ਨਹੀਂ ਹੁੰਦੇ। ਉਹ ਕਹਿੰਦੇ ਨੇ ਬਸ ਇਹੀ ਮੂਰਤ ਦਿਸਦੀ ਰਵੇ। ਇਤਨੀ ਸੁੰਦਰ ਮੂਰਤ ਹੈ। ਜਨ ਮੂਰਤ ਹੈ ਰਸ ਵੀਰ ਸੁਧੀਰਾ, ਤੇ ਸਰੀਰ ਵੀ ਬਹੁਤ ਸੋਹਣਾ ਹੈ। ਜਿਵੇਂ ਕੋਈ ਸੂਰਮਾ ਵੀਰ ਰਸ ਵਿੱਚ ਹੁੰਦਾ ਹੈ, ਐਨ ਤਣਿਆ ਹੋਇਆ, ਖਿੱਚਿਆ ਹੋਇਆ, ਭਰਿਆ ਹੋਇਆ ਸਰੀਰ ਹੈ। ਬਚਪਨ ਤੋਂ ਹੀ ਐਸੀ ਮੂਰਤ ਸੁੰਦਰ ਹੈ। ਐਸਾ ਸੋਹਣਾ ਸਤਿਗੁਰੂ ਗੁਰੂ ਗੋਬਿੰਦ ਰਾਏ ਸਾਹਿਬ ਜੀ का ਪਵਿੱਤਰ ਸਰੀਰ ਹੈ ਜੀ। ਜਾਤ ਚਲੇ ਤਬ ਆਏ ਗਿਓ ਸਲਤਾ ਗਨ ਕੇ ਜੁਤ ਗੰਗ ਕੋ ਤੀਰਾ। ਹੁਣ ਅੱਗੇ ਗੱਲ ਕਰਦੇ ਨੇ ਜਾਤ ਚਲੇ, ਕਿਉਂਕਿ ਤੁਰੇ ਸਨ ਕਾਹਦੇ ਲਈ? ਮਾਮਾ ਕਿਰਪਾਲ ਚੰਦ ਜੀਆਂ ਨੂੰ ਨਾਲ ਲੈ ਕੇ ਵੀ ਅੱਜ ਅਸੀਂ ਗੰਗਾ ਦੇ ਵਿੱਚ ਸੈਰ ਕਰਕੇ ਆਉਣੀ ਆ, ਗੰਗਾ ਦੇ ਪਾਣੀ ਵਿੱਚ ਜਾ ਕੇ ਆਉਣਾ। ਹੁਣ ਜਿਸ ਵਕਤ ਚੱਲੇ ਨੇ
ਮਾਮਾ ਜੀ ਵੀ ਨਾਲ ਚੱਲੇ ਨੇ, ਹੌਲੀ ਹੌਲੀ ਜਾ ਰਹੇ ਨੇ। ਤਬ ਆਏ ਗਏ, ਹੁਣ ਪਹੁੰਚ ਗਏ ਨੇ ਉੱਥੇ। ਆਪਣੇ ਹਾਣੀਆਂ ਨੂੰ ਵੀ ਨਾਲ ਲਿਆ ਹੋਇਆ, ਕੁਝ ਹੋਰ ਬੱਚੇ ਨੇ ਪਟਨੇ ਦੀ ਧਰਤੀ ਦੇ, ਸੋ ਉਹਨਾਂ ਨੂੰ ਵੀ ਨਾਲ ਲਿਆ। ਉਸ ਸਥਾਨ ਤੇ ਪਹੁੰਚ ਗਏ ਹਨ ਜਿੱਥੇ ਅੱਜ ਮਹਾਰਾਜ ਜੀ ਕੀ ਮੌਜ ਹੈ ਵੀ ਅੱਜ ਅਸੀਂ ਇੱਥੇ ਭ੍ਰਮਣ ਕਰਨਾ ਹੈ, ਇੱਥੋਂ ਦਾ ਨਜ਼ਾਰਾ ਤੱਕਣਾ ਹੈ। ਸਲਤਾਗਨ ਕੇ ਗੁੱਤ ਗੰਗ ਸੁਤੀਰਾ, ਗੰਗਾ ਨਦੀ ਦੇ ਐਨ ਕੰਢੇ ਤੇ ਜਿੱਥੇ ਉਹ ਭਰ ਕੇ ਪਾਣੀ ਦੀ ਵਗਦੀ ਹੈ, ਅੱਜ ਉਸ ਦੇ ਅੰਦਰ ਬਖਸ਼ਿਸ਼ ਕਰਨ ਦੇ ਲਈ ਲਾਲ ਗੋਬਿੰਦ ਰਾਏ ਜੀ ਆਪਣੇ ਹਾਣੀਆਂ ਦੇ ਨਾਲ ਮਾਮਾ ਕਿਰਪਾਲ ਚੰਦ ਜੀ ਨੂੰ ਨਾਲ ਲੈ ਕੇ ਪਹੁੰਚੇ ਹਨ। ਸਲਤਾਗਨ ਕੋ ਦਰਿਆਓ ਮਹਾਗੁਰ ਆਗਮ ਕੋ ਲਖ ਹੋਤੇ ਉਛਾਲਾ। ਸਲਤਾਗਨ ਕੋ ਦਰਿਆਓ ਮਹਾ, ਹੁਣ ਇਹ ਜਿਹੜੀ ਨਦੀ ਵਗਦੀ ਹੈ ਨਾ ਗੁਰਮੁਖੋ, ਗੰਗਾ ਨਦੀ ਪਟਨਾ ਸਾਹਿਬ ਦੀ ਧਰਤੀ ਤੋਂ ਉਸ ਸ਼ਹਿਰ ਨੂੰ ਛੋਹ ਕੇ ਨਿਕਲਦੀ ਹੈ। ਭਾਈ ਸਾਹਿਬ ਜੀ ਨੇ ਅੱਗੇ ਜਿਹੜੇ ਸ਼ਬਦ ਲਿਖੇ ਹਨ, ਇਹ ਇੱਕ ਵੱਡੇ ਦਰਿਆ ਦੇ ਰੂਪ ਦੇ ਅੰਦਰ ਕਹਿ ਲਈਏ ਵੀ ਬਹੁਤ ਭਾਰੀ ਵਿਸਤਾਰ ਹੈ ਇਹਦਾ, ਉੱਥੋਂ ਬਹੁਤ ਪਾਣੀ ਭਰ ਕੇ ਨਿਕਲਦਾ ਹੈ। ਤੇ ਇਹ ਜੋ ਵਗ ਰਹੀ ਹੈ, ਇਸ ਦੇ ਅੰਦਰ ਵੀ ਮਾਨੋ ਅੱਜ ਇੱਕ ਉਮੰਗ ਹੈ, ਇਹਦੇ ਅੰਦਰ ਵੀ ਮਾਨੋ ਅੱਜ ਇੱਕ ਚਾਉ ਹੈ ਕਿ ਜਿਵੇਂ ਪਾਕ ਪਵਿੱਤਰ ਅੱਲਾ ਦੀ ਮੂਰਤ ਪਰਵਦੀਗਾਰ ਆਪ ਅਕਾਲ ਪੁਰਖ ਪ੍ਰਮਾਤਮਾ ਇਸ ਪਵਿੱਤਰ ਸਰੀਰ ਦੇ ਅੰਦਰ ਜਿਸ ਵਕਤ ਸਾਡੇ ਅੰਦਰ ਮੁਬਾਰਕ ਚਰਨ ਪਾਉਣਗੇ ਤੇ ਇਹਦੇ ਅੰਦਰੋਂ ਵੀ ਬੜੀ ਕਿਰਪਾ ਹੋਵੇਗੀ। ਭਾਈ ਸਾਹਿਬ ਜੀ ਨੇ ਇਦਾਂ ਹੀ ਜ਼ਿਕਰ ਕੀਤਾ, ਕਹਿਣ ਲੱਗੇ ਸਲਤਾਗਨ ਦਰਿਆਓ ਮਹਾ ਗੁਰ ਆਗਮ ਕੋ ਲਖ ਹੋਤ ਉਛਾਲਾ। ਗੁਰ ਆਗਮ ਦਾ ਮਤਲਬ ਵੀ ਅੱਜ ਲਾਲ ਗੋਬਿੰਦ ਰਾਏ ਜੀ ਆ ਰਹੇ ਨੇ ਤੇ ਆ ਕੇ ਕੰਢੇ ਤੇ ਖੜੇ ਹੋ ਗਏ। ਹੁਣ ਉਹ ਜਿਹੜਾ ਪਾਣੀ ਵਗ ਰਿਹਾ ਉਹਦੇ ਵਿੱਚ ਵੀ ਇੱਕ ਉਛਾਲਾ ਹੈ ਵੀ ਕਿਹੜਾ ਸਮਾਂ ਹੋਵੇ ਇਹਨਾਂ ਦੇ ਮੁਬਾਰਕ ਚਰਨ ਸਾਡੇ ਵਿੱਚ ਪੈਣ। ਤੇ ਇਹ ਜੇ ਕਿਤੇ ਅਸੀਂ ਬਾਣੀ ਵਿੱਚ ਵੇਖਾਂਗੇ ਨਾ ਗੁਰਮੁਖੋ ਇਸ ਗੱਲ, ਤੇ ਮਹਾਰਾਜ ਜੀ ਨੇ ਬਾਣੀ ਵਿੱਚ ਵੀ ਇੱਕ ਸ਼ਬਦ ਲਿਖਿਆ, ਗੁਰਦੇਵ ਕਹਿੰਦੇ ਨੇ ਜਿੰਨੇ ਦਰਿਆ ਨਦੀਆਂ ਜਿੰਨੇ ਵਾੜੇ ਇਸ ਧਰਤੀ ਤੇ ਵਗਦੇ ਨੇ, ਸਾਰੇ ਹੀ ਕਿਸੇ ਨਾ ਕਿਸੇ ਰੂਪ ਵਿੱਚ ਸਾਧੂਆਂ ਦੀ, ਸੰਤਾਂ ਦੀ, ਮਹਾਂਪੁਰਖਾਂ ਦੀ, ਗੁਰੂਆਂ ਦੀ ਚਰਨ ਧੂੜੀ ਲੋਚਦੇ ਨੇ। ਕਿਉਂ? ਕਿਉਂਕਿ ਸਾਡੇ ਵਰਗੇ ਦੁਸ਼ਟ ਸਾਖਤ ਮਨੁੱਖ ਜਦੋਂ ਕਿਤੇ ਉਸ ਪਾਣੀ ਵਿੱਚ ਜਾ ਕੇ ਵੜਦੇ ਨੇ ਨਾ, ਇਸ਼ਨਾਨ ਕਰਦੇ ਨੇ, ਤੇ ਐਸਾ ਵਿਕਾਰਾਂ ਦਾ ਪ੍ਰਭਾਵ ਹੁੰਦਾ ਹੈ, ਸੂਖਸ਼ਮ ਪ੍ਰਭਾਵ ਦੇ ਨਾਲ ਉਹਨਾਂ ਦਰਿਆਵਾਂ ਦਾ, ਨਦੀਆਂ ਦਾ ਪਾਣੀ ਮੈਲਾ ਹੋ ਜਾਂਦਾ ਹੈ। ਫਿਰ ਉਹ ਕੀ ਹੁੰਦਾ ਹੈ, ਉਹ ਇੱਕ ਪੁਕਾਰ ਕਰਦੇ ਨੇ ਵੀ ਕੋਈ ਕਮਾਈ ਵਾਲਾ ਤਪੀਸਰ ਸੰਤ ਜਨ ਮਹਾਂਪੁਰਖ ਗੁਰੂ ਪੂਰਨ ਅਵਤਾਰ ਸਾਡੇ ਵਿੱਚ ਆ ਕੇ ਆਪਣੇ ਚਰਨ ਪਾਵੇ ਤੇ ਇਹਦੇ ਅੰਦਰ ਵੀ ਨਿਰਮਲਤਾ ਹੋਵੇ, ਇਹ ਵੀ ਪਵਿੱਤਰ ਹੋਵੇ। ਸੋ ਇਸ ਕਰਕੇ ਨਾ ਅੱਜ ਗੰਗਾ ਦੇ ਵਿੱਚ ਵੀ ਇੱਕ ਵੱਡਾ ਉਛਾਲਾ ਹੈ, ਇੱਕ ਉਤਸ਼ਾਹ ਹੈ ਕਿ ਕੋਈ ਪੂਰਨ ਪੁਰਖ ਅਗੰਮੀ ਬਖਸ਼ਿਸ਼ ਦਾ ਮਾਲਕ ਸਾਡੇ ਕੰਢੇ ਤੇ ਆ ਕਰਕੇ ਖੜਾ ਹੋਇਆ ਤੇ ਇਸ ਪਾਣੀ ਦੇ ਅੰਦਰ ਆਪਣੇ ਮੁਬਾਰਕ ਚਰਨ ਪਾਵੇਗਾ ਜੀ। ਤਰਨੀ ਪਰ ਜਾਏ ਬਿਰਾਜ ਗਏ, ਇਤ ਤੇ ਉਤ ਹੇਰਤ ਸਾਥ ਕਿਰਪਾਲਾ। ਫਿਰ ਸਤਿਗੁਰੂ ਗੁਰੂ ਗੋਬਿੰਦ ਰਾਏ ਸਾਹਿਬ ਜੀ ਉਹਦੇ ਕੰਢੇ ਤੇ ਪਹੁੰਚੇ। ਉੱਥੇ ਇੱਕ ਕਸ਼ਤੀ ਕਹਿ ਲਈਏ, ਤਰਨੀ ਸ਼ਬਦ ਵਰਤਿਆ ਭਾਈ ਸਾਹਿਬ ਜੀ ਨੇ, ਨਾਵ ਸ਼ਬਦ ਅਸੀਂ ਵਰਤ ਲੈਂਦੇ ਹਾਂ। ਕਿਸ਼ਤੀ ਨਾਵ ਬੁਲਾਈ ਗਈ ਤੇ ਜਾ ਕਰਕੇ ਫਿਰ ਮਹਾਰਾਜ ਉਸ ਨਾਵ ਦੇ ਉੱਪਰ ਚੜ ਜਾਂਦੇ ਨੇ, ਆਪਣੇ ਹਾਣੀਆਂ ਨੂੰ ਵੀ ਨਾਲ ਲੈਂਦੇ ਨੇ। ਸਤਿਕਾਰਯੋਗ ਮਾਮਾ ਕਿਰਪਾਲ ਚੰਦ ਜੀ ਵੀ ਨਾਲ ਨੇ। ਇੱਥੇ ਉਤਰ ਹੇਰ ਸਾਥ ਕਿਰਪਾਲਾ, ਫਿਰ ਉਹ ਕਸ਼ਤੀ ਦੇ ਅੰਦਰ ਨਾਵ ਦੇ ਵਿੱਚ ਬਹਿ ਕਰਕੇ ਤੇ ਫਿਰ ਚਾਰ ਚੁਫੇਰੇ ਬੜੇ ਹੀ ਆਨੰਦ ਵਿੱਚ ਸਭ ਨਜ਼ਾਰਾ ਜਿਹੜਾ ਹੈ ਆਪਣੇ ਪਵਿੱਤਰ ਨੇਤਰਾਂ ਦੇ ਨਾਲ ਤੱਕਦੇ ਹਨ। ਜਲ ਚਾਹਤ ਹੈ ਛੂਬੇ ਪਗ ਪੰਕਜ, ਪੈ ਅਸਮੰਜਜ ਊਚ ਵਿਸਾਲਾ। ਤੇ ਭਾਈ ਸਾਹਿਬ ਭਾਈ ਸੰਤੋਖ ਸਿੰਘ ਸਾਹਿਬ ਫਿਰ ਜ਼ਿਕਰ ਕਰਦੇ ਨੇ, ਜਲ ਚਾਹਤ ਹੈ। ਜਲ ਚਾਹਤ ਤੋਂ ਭਾਵ ਉਸ ਗੰਗਾ ਦਾ ਵਗਦਾ ਹੋਇਆ ਪਾਣੀ ਵੀ ਇਹ ਇੱਛਾ ਕਰੀ ਬੈਠਾ ਹੈ, ਚਾਹੁੰਦਾ ਹੈ। ਛੂਹਤ ਪਦ ਪੰਕਜ, ਕਿ ਮੈਂ ਵੀ ਕਿਤੇ ਉਛਾਲਾ ਮਾਰ ਕਰਕੇ ਤੇ ਇਹਨਾਂ ਦੇ ਮੁਬਾਰਕ ਚਰਨਾਂ ਨੂੰ ਪਰਸ ਲਵਾਂ। ਉਹ ਪਾਣੀ ਵਿੱਚ ਵੀ ਇੰਨਾ ਉਛਾਲ ਹੈ ਕਿਉਂਕਿ ਜਦੋਂ ਪਾਣੀ ਵਗਦਾ ਆਪਾਂ ਵੇਖਦੇ ਹਾਂ ਉਹ ਕਦੇ ਉੱਚਾ ਕਦੇ ਨੀਵਾਂ ਇਸ ਢੰਗ ਦੇ ਨਾਲ। ਉਹ ਉੱਥੋਂ ਇਹ ਭਾਵਨਾ ਪ੍ਰਗਟ ਕਰਦੇ ਨੇ ਭਾਈ ਸਾਹਿਬ ਜੀ ਕਿ ਉਹ ਪਾਣੀ ਵੀ ਆਪਣੇ ਆਪ ਦੇ ਵਿੱਚ ਉਛਾਲਾ ਮਾਰਦਾ ਹੈ ਵੀ ਅੱਜ ਲਾਲ ਗੋਬਿੰਦ ਰਾਏ ਜੀ ਪੂਰਨ ਅਵਤਾਰ ਆਏ ਨੇ, ਕਿਤੇ ਇਹਨਾਂ ਦੇ ਚਰਨਾਂ ਨੂੰ ਪਰਸ ਕੇ ਮੈਂ ਵੀ ਪਵਿੱਤਰ ਹੋ ਜਾਵਾਂ। ਨਾਲ ਹੀ ਇੱਥੇ ਉਤ ਅਸਮੰਜਸ ਹੈ ਊਚ ਵਿਸਾਲਾ, ਉਹ ਫਿਰ ਕਦੇ ਉੱਚਾ ਹੁੰਦਾ ਕਦੇ ਨੀਵਾਂ ਹੁੰਦਾ। ਇੱਦਾਂ ਕਰਕੇ ਨਾ ਉਹ ਜਿਹੜਾ ਪਾਣੀ ਦਾ ਪ੍ਰਵਾਹ ਹੈ ਉਸ ਵਕਤ ਉਸ ਪਵਿੱਤਰ ਸਥਾਨ ਤੇ ਜਿੱਥੇ ਲਾਲ ਜੀ ਪਹੁੰਚੇ ਹਨ ਚੱਲ ਰਿਹਾ ਹੈ। ਉਚਰੰਤ ਕਛੂ ਨਾ ਪਰੰਤ ਲਗੇ, ਸਭ ਪਾਪਨ ਹੰਤ ਮੰਤ ਉਜਾਲਾ। ਉਚਰੰਤ ਕਛੂ ਵਿਭਾਵ, ਹੁਣ ਪਿਛਲੇ ਸਮੇਂ ਤੋਂ ਜਿਹੜੇ ਸਾਡੇ ਵਿੱਚ ਪਾਪਾਂ ਦਾ ਭਾਰ ਪਿਆ ਹੋਇਆ ਹੈ
ਇਹਨਾਂ ਦੇ ਮੁਬਾਰਕ ਚਰਨਾਂ ਦੇ ਨਾਲ ਉਹ ਸਭ ਪਵਿੱਤਰ ਹੋ ਜਾਏਗਾ। ਉਹ ਪਾਣੀ ਜਿਹੜਾ ਹੈ ਉਹ ਪਵਿੱਤਰ ਹੋ ਜਾਏਗਾ, ਭਾਵ ਪਾਪ ਨਿਵਰਤ ਹੋ ਜਾਣਗੇ। ਇਸ ਵਿਧ ਇਹ ਗੰਗਾ ਜਿਹੜੀ ਹੈ ਇਹ ਪਵਿੱਤਰ ਹੋਵੇਗੀ। ਮਾਤਲ ਗੋਦ ਮੈਂ ਮੋਦ ਭਰੇ ਜਲ ਕੋਦ ਬਿਲੋਕ ਕਰੀ ਚਤੁਰਾਈ। ਤੇ ਲਾਲ ਗੋਬਿੰਦ ਰਾਏ ਜੀ ਜਿਸ ਵਕਤ ਉਸ ਬੇੜੀ ਅੰਦਰ ਬੈਠੇ, ਪਹਿਲਾਂ ਉਸ ਆਸਨ ਤੇ ਮਾਮਾ ਕਿਰਪਾਲ ਚੰਦ ਜੀ ਬੈਠੇ ਸਨ, ਉਹਨਾਂ ਦੀ ਗੋਦ ਦੇ ਅੰਦਰ ਲਾਲ ਗੋਬਿੰਦ ਰਾਏ ਜੀ ਬੈਠ ਗਏ। ਮਾਤੁਲ ਗੋਦ ਮੈਂ ਮੋਦ ਭਰੇ, ਮੋਦ ਤੋਂ ਭਾਵ ਬੜੇ ਪ੍ਰਸੰਨ ਚਿੱਤ ਹੋ ਕੇ, ਕਿਉਂਕਿ ਨਜ਼ਾਰਾ ਹੀ ਵੱਖਰਾ ਹੈ ਨਾ। ਇੱਕ ਤੇ ਹਾਣੀ ਨਾਲ ਨੇ ਸਾਰੇ ਖੇਡਣ ਵਾਲੇ ਬੱਚੇ, ਇੱਕ ਉੱਥੋਂ ਜਿੱਥੇ ਇੱਛਾ ਪ੍ਰਗਟ ਕੀਤੀ ਮਾਮਾ ਜੀ ਉਸੇ ਸਥਾਨ ਤੇ ਲੈ ਗਏ। ਇੱਕ ਵਗਦੀ ਨਦੀ ਚੁਗਿਰਦੇ ਦਾ ਐਨ ਮਸਤ ਨਜ਼ਾਰਾ, ਅਤ ਆਨੰਦਤ ਹਨ। ਮੋਦ ਭਰੇ ਜਲ ਕੋਦ ਬਿਲੋਕ, ਉਹ ਵਹਿੰਦੇ ਹੋਏ ਪਾਣੀ, ਕਦੇ ਉੱਚਾ ਕਦੇ ਨੀਵਾਂ, ਕਦੇ ਕਿਸੇ ਘਾਟ ਵੱਲ, ਸਭ ਕੁਝ ਆਪਣੇ ਨੇਤਰਾਂ ਨਾਲ ਵੇਖ ਕਰਕੇ ਬਹੁਤ ਪ੍ਰਸੰਨ ਹੋਏ ਹਨ। ਦੇਵ ਚਰਨਾ ਬੁਝ ਕੋ ਤਬ ਹੂੰ ਤਰਨੀ ਤਟ ਜੰਗ ਤਰੇ ਲਰਕਾਈ। ਫਿਰ ਕੀਤਾ ਕਿ ਜੋ ਗੰਗਾ ਦੀ ਇੱਛਾ ਅਸੀਂ ਕਹਿ ਲਈਏ, ਸ਼ਬਦ ਵਰਤ ਲੈਂਦੇ ਹਾਂ ਵੀ ਜੋ ਉਸ ਪਾਣੀ ਦੀ ਵੀ ਇੱਛਾ ਹੈ, ਨਦੀ ਦੇ ਵਿੱਚ ਬੈਠ ਕਰਕੇ ਮਾਮਾ ਜੀ ਦੀ ਗੋਦ ਅੰਦਰ ਬੈਠੇ ਤੇ ਜਿਹੜੇ ਆਪਣੇ ਮੁਬਾਰਕ ਚਰਨ ਹਨ ਉਹ ਲਾਲ ਗੋਬਿੰਦ ਰਾਏ ਜੀਆਂ ਨੇ ਉਸ ਵਕਤ ਥੋੜੇ ਸਮੇਂ ਲਈ, ਖਿੰਨ ਸਮੇਂ ਲਈ, ਕਿਉਂਕਿ ਅਜੇ ਬੇੜੀ ਚੱਲੇਗੀ, ਸੋ ਉਸ ਵਕਤ ਉਹਨਾਂ ਨੇ ਆਪਣੇ ਮੁਬਾਰਕ ਚਰਨ ਜੜੇ ਹਨ ਉਹ ਫਿਰ ਪਾਣੀ ਦੇ ਵਿੱਚ ਲਮਕਾ ਲਏ ਹਨ, ਭਾਵ ਆਪਣੇ ਮੁਬਾਰਕ ਚਰਨਾਂ ਨੂੰ ਗੰਗਾ ਦੇ ਜਲ ਵਿੱਚ ਸਮੋ ਦਿੱਤਾ ਹੈ, ਛੁਹਾ ਦਿੱਤਾ ਹੈ ਜੀ। ਮੂਰਤ ਧਾਰ ਪਖਾਰਤ ਹੈ ਮੁਦ ਧਾਰਤ ਹੈ ਲੈ ਕੇ ਜਲ ਰਾਈ। ਮੂਰਤ ਧਾਰ ਪਖਾਰਤ ਹੈ, ਮੂਰਤ ਤੋਂ ਭਾਵ ਜਿਹੜੀ ਮੂਰਤ ਪ੍ਰਗਟ ਹੋਈ ਹੈ, ਜੋ ਪੂਰਨ ਪੁਰਖ ਪ੍ਰਗਟੇ ਹਨ ਲਾਲ ਗੋਬਿੰਦ ਰਾਏ। ਧਾਰ ਪਖਾਰਤ ਹੈ, ਉਸ ਮੂਰਤ ਨੂੰ ਸਾਖਸ਼ਾਤ ਬ੍ਰਹਮ ਮੰਨ ਕੇ, ਪਾਰ ਬ੍ਰਹਮ ਪਰਮੇਸ਼ਵਰ ਮੰਨ ਕੇ, ਮਾਨੋ ਅੱਜ ਜਿਵੇਂ ਗੰਗਾ ਵੀ ਉਹਨਾਂ ਦੇ ਚਰਨ ਧੋਂਦੀ ਪਈ ਹੈ। ਤੇ ਵੇਖੋ, ਮੈਂ ਫਿਰ ਬੇਨਤੀ ਕਰਾਂਗਾ, ਜੇ ਤਾਂ ਅਸੀਂ ਤਾਰਕਿਕ ਬੁੱਧੀ ਦੇ ਨਾਲ ਇਹ ਗੱਲਾਂ ਪੜ੍ਹਨੀਆਂ ਨੇ, ਕੇਵਲ ਬੌਧਿਕ ਲੈਵਲ ਦੇ ਨਾਲ ਹੀ ਇਹ ਇਤਿਹਾਸ ਪੜ੍ਹਨੇ ਨੇ, ਤੇ ਸਾਨੂੰ ਲੱਗੇਗਾ ਜੀ ਕਿੱਦਾਂ ਦੀਆਂ ਗੱਲਾਂ ਭਾਈ ਸਾਹਿਬ ਜੀ ਨੇ ਕੀਤੀਆਂ। ਲੇਕਿਨ ਜੇ ਭਾਵਨਾ ਦੀ ਦ੍ਰਿਸ਼ਟੀ ਦੇ ਨਾਲ ਗੁਰੂ ਨੂੰ ਸਾਖਸ਼ਾਤ ਪਾਰ ਬ੍ਰਹਮ ਦਾ ਅਵਤਾਰ ਮੰਨ ਕੇ ਤੇ ਇਹ ਦ੍ਰਿਸ਼ ਵੇਖਣੇ ਨੇ ਇਤਿਹਾਸ 'ਚ, ਫਿਰ ਇਹਨਾਂ ਦੇ ਵਿੱਚੋਂ ਵੀ ਬੜਾ ਆਨੰਦ ਮਹਿਸੂਸ ਹੋਵੇਗਾ, ਕਿਉਂਕਿ ਇਹ ਦੋਵੇਂ ਪੱਖ ਨੇ ਜੀ ਅੱਜ ਸਾਡੇ ਸਾਹਮਣੇ। ਬਹੁਤਾਤ ਵਿੱਚ ਜਦੋਂ ਕਿਤੇ ਇਹ ਗੱਲਾਂ ਆਉਂਦੀਆਂ ਨੇ ਨਾ, ਤੇ ਸਿੱਖ ਇਹ ਵੀ ਕਹਿ ਦਿੰਦਾ, ਵੇਖੋ ਜੀ ਇਹ ਕਿਹੜਾ ਇਤਿਹਾਸ ਛੇੜ ਕੇ ਬੈਠੇ ਨੇ ਭਾਈ ਸਾਹਿਬ। ਲੇਕਿਨ ਜਿਹੜੇ ਭਾਵਨਾ ਵਾਲੇ ਨੇ ਉਹ ਕਹਿੰਦੇ ਨੇ ਨਜ਼ਾਰਾ ਹੀ ਵੱਖਰਾ ਹੈ। ਜਿਸ ਵਕਤ ਲਾਲ ਜੀਆਂ ਨੇ ਗੰਗਾ ਵਿੱਚ ਚਰਨ ਪਾਏ ਹੋਣਗੇ, ਜਿਸ ਵਕਤ ਉਸ ਪਾਣੀ ਨੂੰ ਵੀ ਪਵਿੱਤਰ ਕੀਤਾ ਹੋਵੇਗਾ, ਕਿੰਨੀ ਬਖਸ਼ਿਸ਼ ਵਰਤੀ ਹੋਣੀ। ਮੂਰਤ ਧਾਰ ਪਖਾਰਤ, ਮੂਰਤ ਉਹ ਪਵਿੱਤਰ ਮੂਰਤ ਜਿਹੜੇ ਇਸ ਸੰਸਾਰ ਵਿੱਚ ਪ੍ਰਗਟੇ ਹਨ, ਤੇ ਇੱਧਰ ਇਹ ਵਗਦੀ ਹੋਈ ਗੰਗਾ ਦਾ ਪਾਣੀ ਉਹ ਵੀ ਉਹਨਾਂ ਦੇ ਮਨੋਂ ਚਰਨ ਧੋ ਰਿਹਾ ਹੈ। ਮੁਦ ਧਾਰਤ ਹੈ, ਅਤਿਅੰਤ ਪ੍ਰਸੰਨ ਹਨ, ਕਿਉਂਕਿ ਅੱਜ ਉਹ ਬਖਸ਼ਿਸ਼ ਵਰਤ ਲਈ ਹੈ ਜਿਸ ਬਿਧ ਲਾਲ ਗੋਬਿੰਦ ਰਾਏ ਜੀ ਆਪਣੇ ਮੁਬਾਰਕ ਚਰਨ ਪਾ ਕਰਕੇ ਗੰਗਾ ਵਿੱਚ ਟਿਕ ਗਏ ਹਨ। ਪਾਪ ਅਨੇਕਨ ਕੇ ਹਰਤਾ ਇਹ ਮੰਗਲ ਕੇ ਕਰਤਾ ਸਮੁਧਾਈ। ਤੇ ਇਹਦੇ ਪਿੱਛੇ ਭਾਵ ਅਰਥ ਇਹ ਨੇ ਗੁਰਮੁਖੋ ਕਿ ਇਹ ਜਿਹੜਾ ਮਹਾਰਾਜ ਜੀਆਂ ਨੇ ਮੁਬਾਰਕ ਚਰਨ ਪਾਏ ਨੇ ਨਾ ਇਸ ਪਵਿੱਤਰ ਜਲ ਵਿੱਚ, ਪਾਪ ਅਨੇਕਨ ਕੇ ਹਰਤਾ ਏ, ਕਿਉਂਕਿ ਇਹ ਚਰਨ ਪਾਉਣਾ ਕੋਈ ਆਮ ਗੱਲ ਨਹੀਂ ਹੈ। ਇਹ ਚਰਨ ਪਾ ਕਰਕੇ ਮਹਾਰਾਜ ਜੀ ਉਸ ਸਥਾਨ ਨੂੰ, ਉਸ ਤੀਰਥ ਨੂੰ ਪਵਿੱਤਰ ਕਰ ਦਿੰਦੇ ਨੇ। ਮੈਂ ਜ਼ਿਕਰ ਕੀਤਾ ਅੱਗੇ ਵੀ, ਬਾਣੀ ਵਿੱਚ ਵੀ ਮਹਾਰਾਜ ਜੀਆਂ ਨੇ ਲਿਖਿਆ ਕਿ ਜਿੰਨੇ ਤੀਰਥ ਸਥਾਨ ਨੇ, ਗੰਗਾ ਯਮੁਨਾ ਸਰਸਵਤੀ ਜਾਹਰਨਵੀ, ਸਭ ਲੋਚੈ ਧੂਰ ਸਾਧੂ ਕੈ ਤਾਈ, ਕਿਉਂਕਿ ਉੱਥੇ ਮਹਾਰਾਜ ਨੇ ਲਿਖਿਆ ਕਿਲ ਵਿਖ ਭਰੇ ਪਰੇ ਹਮਰੇ ਵਿੱਚ ਹਮਰੀ ਮੈਲ ਸਾਧੂ ਧੂਰ ਗਵਾਈ। ਜਿਹੜੇ ਵਕਾਰਾਂ ਦੇ ਭਰੇ ਹੋਏ ਸਾਡੇ ਵਰਗੇ ਸੰਸਾਰਿਕ ਮਨੁੱਖ ਜਾ ਕੇ ਵੜਦੇ ਨੇ ਨਾ, ਤੇ ਉਹ ਸੂਖਸ਼ਮ ਰੂਪ ਦੇ ਵਿੱਚ ਉਹ ਸਾਰਾ ਜਿਹੜਾ ਭਾਰ ਹੈ ਉਹ ਪਾਣੀ ਦੇ ਵਿੱਚ ਸਮੋ ਜਾਂਦਾ, ਭਰ ਜਾਂਦਾ। ਇਸ ਵੇਲੇ ਜਲ ਗੰਦਲਾ ਹੋ ਜਾਂਦਾ, ਮੈਲਾ ਹੋ ਜਾਂਦਾ। ਭਾਵੇਂ ਠੀਕ ਹੈ ਸਾਨੂੰ ਲੱਗਦਾ ਸ਼ੁੱਧ ਹੈ, ਪਰੰਤੂ ਉਹਦੇ ਉੱਪਰ ਬੜੇ ਸੂਖਸ਼ਮ ਅਸਰ ਨੇ ਜਲ ਦਾ। ਜਿਹੜਾ ਜੇ ਕਿਤੇ ਇਸ ਸੰਬੰਧ ਵਿੱਚ ਮੈਂ ਬੇਨਤੀ ਕਰਾਂ ਨਾ, ਜਲ ਦੇ ਉੱਪਰ ਬੜੀ ਵੱਡੀ ਕਿਰਪਾ ਹੈ, ਬੜਾ ਸੂਖਸ਼ਮ ਤੱਤ ਹੈ, ਤੇ ਇਹਦੇ ਅੰਦਰ ਬੜੀ ਕਿਰਪਾ ਟਿਕੀ ਹੋਈ ਹੈ। ਮਹਾਰਾਜ ਨੇ ਜੇ ਸਾਨੂੰ ਅੰਮ੍ਰਿਤ ਪਿਆਇਆ ਨਾ, ਤੇ ਜਲ ਤੇ ਬਾਣੀ ਪੜ੍ਹੀ ਗਈ ਹੈ, ਇਹਨੂੰ ਪਵਿੱਤਰ ਕੀਤਾ ਗਿਆ। ਸੋ ਇਸ ਵਿਧ ਨਾ ਅਨੇਕਾਂ ਪਾਪਾਂ ਦੀ ਭਰੀ ਹੋਈ ਗੰਗਾ ਅੱਜ ਮਾਨੋ ਲਾਲ ਗੋਬਿੰਦ ਰਾਏ ਜੀਆਂ ਨੇ ਮੁਬਾਰਕ ਚਰਨ ਪਾ ਕਰਕੇ ਤੇ ਇਸ ਨੂੰ ਦੂਰ ਕਰ ਦਿੱਤਾ ਹੈ। ਮਾਨੋ ਮੰਗਲ ਹੋ ਗਿਆ, ਆਨੰਦ ਹੋ ਗਿਆ, ਕਿਉਂਕਿ ਕੁਦਰਤੀ ਕਿਰਪਾ ਹੈ। ਆਪਣੀ ਮੌਜ ਵਿੱਚ ਹੀ ਬੋਲੇ ਹਨ, ਮਾਤਾ ਜੀ ਅੱਜ ਅਸੀਂ ਗੰਗਾ ਤੇ ਜਾ ਕੇ ਸੈਰ ਕਰਨੀ ਹੈ। ਮਾਤਾ ਜੀਆਂ ਨੇ ਆਗਿਆ ਦੇ ਦਿੱਤੀ, ਨਾਲ ਮਾਮਾ ਕਿਰਪਾਲ ਚੰਦ ਜੀ ਨੂੰ ਤੋਰ ਦਿੱਤਾ, ਨਾਲ ਹਾਣੀ ਜਿਹੜੇ ਹੋਰ ਸਨ ਖੇਡਣ ਵਾਲੇ ਉਹ ਤੁਰ ਪਏ।
ਤੇ ਇਦਾਂ ਫਿਰ ਰਸਤਿਆਂ ਚੋਂ ਲੰਘਦੇ ਆਪਣੀ ਮੌਜ ਵਿੱਚ ਖੇਡਦੇ ਹੋਏ ਤੇ ਇੱਥੇ ਆ ਕਰਕੇ ਗੰਗਾ ਤੇ ਇਹ ਕੌਤਕ ਲਾਲ ਗੋਬਿੰਦ ਰਾਏ ਜੀ ਵਰਤਾ ਰਹੇ ਹਨ। ਦੋਹਰਾ ਅਪਰ ਨਹੀਂ ਅਵਲੋਕ ਤੇ ਇਕ ਸ੍ਰੀ ਗੁਰੂ ਦਰਸਾਏ, ਪਦ ਅਰਬਿੰਦ ਪਖਾਰ ਕੈ ਜਲ ਮੈਂ ਗਇਓ ਸਮਾਏ। ਅਪਰ ਨਹੀਂ ਅਵਲੋਕ ਤੇ ਭਾਵ ਕੁਝ ਹੋਰ ਵੇਖਣ ਦੀ ਲੋੜ ਨਹੀਂ ਹੈ। ਜਨ ਸ੍ਰੀ ਗੁਰੂ ਦਰਸਾਏ, ਜਿਨ੍ਹਾਂ ਨੇ ਆਪਣੀਆਂ ਨੇਤਰਾਂ ਦੇ ਨਾਲ ਗੁਰੂ ਦਾ ਦਰਸ਼ਨ ਕਰ ਲਿਆ ਨਾ ਗੁਰਮੁਖੋ, ਉਹਨਾਂ ਨੂੰ ਫਿਰ ਕਿਸੇ ਹੋਰ ਪਾਸੇ ਨਿਗਾਹ ਕਰਨ ਦੀ ਲੋੜ ਨਹੀਂ ਜੇ ਪੈਂਦੀ। ਉਹਨਾਂ ਨੂੰ ਕੋਈ ਹੋਰ ਝਾਕ ਨਹੀਂ ਰਹਿੰਦੀ, ਉਹ ਕਿਸੇ ਹੋਰ ਪਾਸੇ ਵੱਲ ਫਿਰ ਆਪਣੀ ਦ੍ਰਿਸ਼ਟੀ ਨਹੀਂ ਰੱਖਦੇ, ਕਿਉਂਕਿ ਜਿਨ੍ਹਾਂ ਗੁਰੂ ਦਾ ਦੀਦਾਰ ਕਰ ਲਿਆ। ਪਦ ਅਰਬਿੰਦ ਪਖਾਰ ਕੈ ਜਲ ਮੈਂ ਗਇਓ ਸਮਾਏ। ਮਹਾਰਾਜ ਜੀ ਨੇ ਇਸ ਵੇਲੇ ਉਸ ਪਵਿੱਤਰ ਜਲ ਵਿੱਚ ਆਪਣੇ ਜਲ ਚਰਨ ਜਿਹੜੇ ਹਨ ਉਹ ਪਖਾਰੇ ਭਾਵ ਧੋ ਲਏ ਹਨ, ਤੇ ਇਹ ਧੋਣ ਦੇ ਵਿੱਚ ਹੀ ਬਖਸ਼ਿਸ਼ ਐਸੀ ਹੋ ਗਈ ਕਿ ਉਸ ਜਲ ਦੀ ਵੀ ਸ਼ੁੱਧੀ ਹੋ ਗਈ, ਪਵਿੱਤਰਤਾ ਹੋ ਗਈ ਹੈ। ਸਵਈਆ ਦੀਨ ਮਲਾ ਕੋ ਦਾਨ ਮਹਾ ਕੈ ਬਾਗ ਤਿਸੇ ਤਰਨੀ ਚਲਵਾਈ। ਫਿਰ ਮਹਾਰਾਜ ਜੀਆਂ ਨੇ ਨਾ ਹੁਕਮ ਕੀਤਾ ਹੈ, ਇਸ ਤੋਂ ਅੱਗੇ ਲਾਲ ਗੋਬਿੰਦ ਰਾਏ ਜੀਆਂ ਨੇ ਤੇ ਪ੍ਰਥਮ ਕੀ ਕੀਤਾ, ਉਹਦਾ ਜ਼ਿਕਰ ਕੀਤਾ ਭਾਈ ਸਾਹਿਬ ਜੀ ਨੇ। ਦੀਨ ਮਲਾ ਕੋ ਦਾਨ ਮਹਾ, ਜਿਹੜਾ ਬੇੜੀ, ਜਿਸ ਬੇੜੀ ਵਿੱਚ ਲਾਲ ਗੋਬਿੰਦ ਰਾਏ ਜੀ ਚੜੇ ਨੇ, ਉਸ ਬੇੜੀ ਦੇ ਮਲਾਹ ਨੂੰ ਪਹਿਲਾਂ ਹੀ ਦਾਨ ਦੇ ਦਿੱਤਾ ਹੈ। ਜਿੰਨੀ ਉਹਦੀ ਦਿਹਾੜੀ, ਜਿੰਨੀ ਮਜ਼ਦੂਰੀ ਹੈ, ਉਸ ਤੋਂ ਵੱਧ ਕੇ ਪਹਿਲਾਂ ਹੀ ਉਹਦੇ ਹੱਥ 'ਚ ਫੜਾ ਦਿੱਤੀ ਕਿ ਲੈ ਪੁਰਖਾ ਆ ਤੇਰਾ, ਕਿਉਂਕਿ ਉਸ ਵਕਤ ਇਹ ਵੀ ਇੱਕ ਕਿੱਤਾ ਹੈ, ਕਾਰੋਬਾਰ ਸੀਗਾ ਇਹ। ਬਹੁਤ ਸਾਰੇ ਮਲਾਹ ਦਰਿਆਵਾਂ ਤੇ ਬੇੜੀਆਂ ਚਲਾਉਂਦੇ ਸਨ ਸਫ਼ਰ ਕਰਨ ਦੇ ਲਈ, ਇੱਧਰ ਉੱਧਰ ਆਮ ਲੁਕਾਈ ਲੰਘਦੀ ਹੁੰਦੀ ਸੀ। ਸੋ ਉਸ ਮਲਾਹ ਦੇ ਹੱਥ ਵਿੱਚ ਪਹਿਲਾਂ ਹੀ ਉਹਦੀ ਦਿਹਾੜੀ ਫੜਾ ਦਿੱਤੀ, ਤੇ ਉਹ ਵੀ ਉਹਦੇ ਤੋਂ ਕਿਤੇ ਵੱਧ ਕੇ ਧਨ ਫੜਾ ਦਿੱਤਾ ਵੀ ਆਹ ਤੇਰੀ ਦਿਹਾੜੀ ਹੈ। ਨਾਲ ਇਹ ਕਿਹਾ ਵੀ ਇਹ ਅੱਜ ਉਸੇ ਤਰ੍ਹਾਂ ਬੇੜੀ ਚਲਾਈ ਜਿੱਦਾਂ ਸਾਨੂੰ ਚੰਗਾ ਲੱਗੇਗਾ, ਕਿਉਂਕਿ ਇੱਕ ਤੇ ਹੁੰਦਾ ਹੈ ਨਾ ਸਵਾਰ ਬੈਠਾ, ਹੁਕਮ ਕੀਤਾ ਵੀ ਆ ਇੰਨਾ ਤੇਰਾ ਜੋ ਬਣਦਾ ਦਿਹਾੜੀ ਦਾ ਰੋਜ਼ਾਨਾ ਇਹ ਲੈ ਲੈ ਤੇ ਸਾਨੂੰ ਪਾਰ ਲਾ ਦੇ। ਲੇਕਿਨ ਇੱਕ ਉਹਨੂੰ ਉਹਨਾਂ ਧਨ ਦੇ ਦਿੱਤਾ ਤੇ ਕਹਿ ਦਿੱਤਾ ਵੀ ਅੱਜ ਇਸ ਢੰਗ ਨਾਲ ਬੇੜੀ ਤੋਰੀ ਜਿਵੇਂ ਸਾਨੂੰ ਚੰਗਾ ਲੱਗੇਗਾ, ਜਿੱਧਰ ਅਸੀਂ ਕਵਾਂਗੇ ਉਸੇ ਪਾਸੇ ਤੂੰ ਜਾਣਾ। ਇਸ ਵਿਧ ਲਾਲ ਜੀ ਨੇ ਹੁਕਮ ਕੀਤਾ, ਪਹਿਲੇ ਉਹਨੂੰ ਉਹਦਾ ਦਾਨ ਦੇ ਦਿੱਤਾ, ਉਸ ਤੋਂ ਬਾਅਦ ਕਹਿ ਬਾਗ ਕਿਸੇ ਤਰਨੀ ਚਲਵਾਈ, ਉਹ ਬੇੜੀ ਜਿਹੜੀ ਹੈ ਫਿਰ ਜਲ ਦੇ ਵਿੱਚ ਠੇਲਦੇ ਹਨ। ਨੀਰ ਗੰਭੀਰ ਮੈਂ ਜਾਏ ਫਿਰੀ ਤਬ ਬੇਗ ਕੇ ਸਾਥੀ ਸਿੰਘ ਤਵਾਈ। ਤੇ ਉਸ ਪਾਸੇ ਨੂੰ ਬੇੜੀ ਲੈ ਗਏ ਹਨ ਜਿੱਧਰ ਨੀਰ ਭਾਰੀ ਭਾਰ ਭਾਵ ਬਹੁਤ ਜ਼ਿਆਦਾ ਪਾਣੀ ਵਗਦਾ ਹੈ, ਜਿੱਧਰੋਂ ਪਾਣੀ ਦੀ ਬਹੁਤਾਤ ਹੈ, ਭਾਵ ਜਿੱਥੇ ਪਾਣੀ ਦਾ ਇਕੱਠ ਜ਼ਿਆਦਾ ਹੈ, ਉਸ ਪਾਸੇ ਵੱਲ ਨੂੰ ਬੇੜੀ ਲੈ ਜਾਣ ਦੇ ਲਈ ਇਸ਼ਾਰਾ ਕੀਤਾ ਤੇ ਮਲਾਹ ਜਿਹੜਾ ਉਧਰ ਹੀ ਬੇੜੀ ਲੈ ਕਰਕੇ ਚੱਲਿਆ ਹੈ। ਬੇਗ ਕੇ ਸਾਥ ਸਿਗਰ ਟਰਵਾਈ, ਫਿਰ ਐਨ ਉਸ ਪਾਸੇ ਵੱਲ ਨੂੰ ਜਾ ਰਹੇ ਨੇ ਜਿੱਧਰ ਪਾਣੀ ਦਾ ਬਹਾਵ ਅਤਿਅੰਤ ਤੇਜ਼ ਹੈ ਜੀ। ਲੇ ਕਬ ਜਾਤ ਭਰੇ ਨਵਕਾ ਕਬ ਲਿਆਵਤ ਬੇਗ ਤੇ ਵਾਰ ਲਗਾਈ। ਫਿਰ ਕਦੇ ਤੇ ਹੁਕਮ ਕਰਦੇ ਨੇ ਵੀ ਇਹਨੂੰ ਉਸ ਪਾਣੀ ਵੱਲ ਨੂੰ ਲੈ ਕੇ ਚੱਲੋ ਜਿੱਧਰ ਪਾਣੀ ਦਾ ਬਹਾਵ ਜ਼ਿਆਦਾ ਹੈ, ਜਿੱਧਰ ਪਾਣੀ ਦਾ ਇਕੱਠ ਕਹਿ ਲਈਏ ਆਪਾਂ, ਜਿੱਥੇ ਪਾਣੀ ਬਹੁਤਾ ਭਰਿਆ ਹੋਇਆ। ਜਦੋਂ ਉੱਥੇ ਪਹੁੰਚਦੇ ਨੇ ਫਿਰ ਕਹਿੰਦੇ ਨੇ ਹੁਣ ਉਲਟ ਦਿਸ਼ਾ ਨੂੰ, ਜਿੱਧਰੋਂ ਪਾਣੀ ਬਹਿ ਰਿਹਾ, ਜਿੱਧਰੋਂ ਪਾਣੀ ਬਹਿ ਕੇ ਉਸ ਪਾਸੇ ਵੱਲ ਨੂੰ ਆ ਰਿਹਾ, ਹੁਣ ਇਸ ਬੇੜੀ ਨੂੰ ਉਸ ਪਿਛਾ ਵੱਲ। ਇਦਾਂ ਕਰਕੇ ਨਾ ਉਹ ਕਹਿ ਲਈਏ ਵੀ ਜਿਵੇਂ ਇੱਕ ਕੌਤਕ, ਇੱਕ ਖੇਡ ਹੀ ਖੇਡ ਰਹੇ ਨੇ, ਕਿਉਂਕਿ ਉਸ ਵਕਤ ਅਰਬਲਾ ਐਸੀ ਸਾਰੇ ਬਾਲ ਚੋਜ ਹੀ ਨੇ। ਸੋ ਖੇਡ ਖੇਡ ਰਹੇ ਨੇ, ਫਿਰ ਕਹਿ ਰਹੇ ਨੇ ਵੀ ਹੁਣ ਇਹਨੂੰ ਇਸ ਦਿਸ਼ਾ ਨੂੰ ਲੈ ਕੇ ਚੱਲ, ਜਿਸ ਵਕਤ ਮਲਾਹ ਉੱਥੇ ਲੈ ਕੇ ਜਾਂਦਾ ਫਿਰ ਇਹਨੂੰ ਉੱਥੇ ਹੀ ਦੁਬਾਰਾ ਫਿਰ ਲੈ ਕੇ ਚੱਲੋ। ਇਸ ਵੇਲੇ ਜਲ ਦੇ ਅੰਦਰ ਇਹ ਅਗੰਮੀ ਨਜ਼ਾਰਾ ਵੱਜਾ ਹੈ ਜੀ। ਆਦਤ ਹੈ ਕਬ ਫੇਰ ਚੜੈ ਸਿਸ ਦੋਰਤ ਹੈ ਕਿਲ ਕੈ ਬਿਗਸਾਈ। ਤੇ ਜਿਸ ਵਕਤ ਤੋਂ ਬੇੜੀ ਮਲਾਹ ਜਿਹੜਾ ਹੈ ਉਧਰ ਲਿਆਉਂਦਾ ਹੈ, ਵਾਪਸ ਕੰਢੇ ਵੱਲ ਲੈ ਆਉਂਦਾ, ਫਿਰ ਉਸ ਵਕਤ ਲਾਲ ਗੋਬਿੰਦ ਰਾਏ ਜੀਆਂ ਦੇ ਨਾਲ ਜਿਤਨੇ ਵੀ ਉਹਨਾਂ ਦੇ ਹਾਣੀ ਬੱਚੇ ਚੜੇ ਹੋਏ ਹਨ, ਉਹ ਛਾਲਾਂ ਮਾਰ ਕੇ ਇੱਕਦਮ ਗੰਗਾ ਦੇ ਤੱਟ ਤੋਂ ਥੱਲੇ ਉਤਰ ਜਾਂਦੇ, ਫਿਰ ਜਾ ਕੇ ਦੌੜ ਕੇ ਉਸ ਬੇੜੀ ਵਿੱਚ ਚੜ ਜਾਂਦੇ ਨੇ ਤੇ ਕਹਿੰਦੇ ਨੇ ਮਲਾਹ ਜੀ ਬੇੜੀ ਤੋਰੋ। ਇਦਾਂ ਇੱਕ ਖੇਡ ਹੀ ਚੱਲ ਰਹੀ ਹੈ ਤੇ ਸਤਿਗੁਰੂ ਜੀਆਂ ਨੇ ਤੇ ਸਾਰੇ ਸੰਸਾਰ ਨੂੰ ਖੇਡ ਦੱਸਿਆ ਜੀ। ਉਹਨਾਂ ਨੇ ਇਸ ਢੰਗ ਨਾਲ ਆਪਣਾ ਸੰਸਾਰ ਵਿੱਚ ਵਿਚਰਨਾ ਕੀਤਾ ਵੀ ਹੈ ਹੀ ਸਭ ਖੇਡ। ਮੈਂ ਉਹ ਪਰਮ ਪੁਰਖ ਕੋ ਦਾਸਾ ਵੇਖਣ ਆਇਓ ਜਗਤ ਤਮਾਸ਼ਾ।
ਸੋ ਖੇਡ ਖੇਡ ਰਹੇ ਨੇ, ਕਦੇ ਤੇ ਉੱਪਰ ਚੜ ਜਾਂਦੇ ਨੇ, ਕਦੇ ਥੱਲੇ ਉਤਰ ਜਾਂਦੇ ਨੇ, ਦੌੜਦੇ ਹਾਣੀਆਂ ਦੇ ਨਾਲ ਕਦੇ ਕਿਸੇ ਪਾਸੇ ਨਿਕਲ ਜਾਂਦੇ ਨੇ, ਕਦੇ ਕਿਸੇ ਪਾਸੇ। ਬੇੜੀ ਤੇ ਮਲਾਹ ਤੇ ਮਾਮਾ ਕਿਰਪਾਲ ਚੰਦ ਜੀ ਬੈਠੇ ਨੇ, ਜਦੋਂ ਚੜ੍ਹਦੇ ਨੇ ਹੁਕਮ ਕਰ ਦਿੰਦੇ ਨੇ, ਮਲਾਹ ਫਿਰ ਲੈ ਕੇ ਤੁਰ ਪੈਂਦਾ। ਇੱਦਾਂ ਅੱਜ ਗੰਗਾ ਦੇ ਅੰਦਰ ਲਾਲ ਗੋਬਿੰਦ ਰਾਏ ਜੀ ਹੋਰਾਂ ਦਾ ਇਹ ਕੌਤਕ, ਇਹ ਚੋਜ ਵਰਤ ਰਿਹਾ ਹੈ। ਜਲ ਕੇ ਤਦ ਕ੍ਰੀਡਤ ਹੈ ਮੁਝ ਸੋ ਕਰ ਪੰਕਜ ਕੋ ਨਿਜ ਪੰਕ ਸਦਾਵੈ। ਜਲ ਕੇ ਤਟ, ਜਲ ਕੇ ਤਟ ਭਾਵ ਗੰਗਾ ਦੇ ਐਨ ਕਿਨਾਰੇ ਤੇ। ਕ੍ਰੀੜਤ ਹੈ ਮੁਝ ਕੋ, ਕ੍ਰੀੜਤ ਜਿਵੇਂ ਛੋਟੇ ਛੋਟੇ ਬਾਲ ਅਕਸਰ ਖੇਡਾਂ ਖੇਡਦੇ ਨੇ, ਤੇ ਖੇਡਦਿਆਂ ਖੇਡਦਿਆਂ ਕਈ ਵਾਰ ਉਹ ਸ਼ੋਰ ਵੀ ਪਾਉਂਦੇ ਨੇ, ਚੁੱਪ ਵੀ ਹੋ ਜਾਂਦੇ ਨੇ, ਇੱਕ ਦੂਜੇ ਨਾਲ ਝਗੜ ਵੀ ਪੈਂਦੇ ਨੇ। ਇੱਦਾਂ ਕਰਕੇ ਨਾ ਬਹੁਤ ਸਾਰੇ ਅਗੰਮੀ ਕੌਤਕ ਜਿਹੜੇ ਹਨ ਉਹ ਵਰਤਦੇ ਹਨ। ਕਰ ਪੰਕਜ ਕੋ ਨਿਜ ਪੰਕ ਉਪਾਵੈ। ਇੱਦਾਂ ਸਤਿਗੁਰੂ ਲਾਲ ਗੋਬਿੰਦ ਰਾਏ ਜੀ ਉਸ ਪਵਿੱਤਰ ਸਥਾਨ ਤੇ ਵਰਤਦੇ ਹਨ। ਗਨ ਲੋਕ ਬਿਲੋਕਨ ਹੇਤ ਖਰੇ ਕਰ ਜੋਰਤ ਦੂਰ ਤੇ ਸੀਸ ਨਿਵਾਵੈ। ਲੇਕਿਨ ਜਿਸ ਵਕਤ ਤੇ ਸਾਰੀ ਖੇਡ ਲਾਲ ਗੋਬਿੰਦ ਰਾਏ ਜੀ ਖੇਡ ਰਹੇ ਹਨ ਨਾ, ਤੇ ਜਿਸ ਘਾਟ ਤੇ, ਜਿਸ ਤੱਟ ਤੇ ਗੰਗਾ ਦੇ ਕਿਨਾਰੇ ਤੇ ਖੇਡ ਖੇਡ ਰਹੇ ਹਨ, ਭਾਈ ਸੰਤੋਖ ਸਿੰਘ ਸਾਹਿਬ ਲਿਖਦੇ ਨੇ, ਉੱਥੇ ਇਕੱਲੇ ਲਾਲ ਗੋਬਿੰਦ ਰਾਏ ਜੀ ਜਾਂ ਉਹਨਾਂ ਦੇ ਹਾਣੀ ਜਾਂ ਬੇੜੀ ਵਾਲਾ ਮਲਾਹ ਨਹੀਂ ਹੈ, ਉੱਥੇ ਹੋਰ ਵੀ ਬਹੁਤ ਸਾਰੀ ਲੋਕਾਈ ਹੈ। ਕਿਉਂਕਿ ਪੁਰਾਣੇ ਸਮੇਂ ਦੀ ਜੇ ਆਪਾਂ ਥੋੜ੍ਹੀ ਜਿਹੀ ਗੱਲ ਕਰੀਏ ਨਾ ਗੁਰਮੁਖੋ, ਤੇ ਜਿੰਨੇ ਸਾਡੇ ਜੀਵਨ ਦੇ ਰੋਜ਼ਾਨਾ ਦੇ ਕੰਮ ਹੁੰਦੇ ਨੇ, ਜਿਵੇਂ ਵਸਤਰ ਪਖਾਲਣੇ, ਹੋਰ ਕੋਈ ਵੀ ਜਲਦੀ, ਇਹ ਸਭ ਕੁਝ ਦਰਿਆਵਾਂ ਦੇ ਕੰਢਿਆਂ ਤੇ ਹੀ ਹੁੰਦਾ ਸੀ। ਬਹੁਤਾਤ ਵਿੱਚ ਜਿਹੜੀਆਂ ਸੁਆਣੀਆਂ ਇਸਤਰੀਆਂ ਘਰ ਵਿੱਚ ਤੇ ਘੜਿਆਂ ਰਾਹੀਂ ਜਾਂ ਗਾਗਰਾਂ ਰਾਹੀਂ ਉਹਨਾਂ ਕੁ ਪਾਣੀ ਲਿਆ ਸਕਦੀਆਂ ਸੀ, ਜਿਹਦੇ ਨਾਲ ਖਾਣ ਪਾਣ ਆਦਿਕ ਦੀ ਵਿਵਸਥਾ ਹੀ ਹੁੰਦੀ ਸੀ। ਬਾਕੀ ਸਾਰੇ ਦਾ ਸਾਰਾ ਜਿੰਨਾ ਕੰਮ ਹੈ ਨਾ, ਉਹ ਅਕਸਰ ਪੁਰਾਣੇ ਸਮਿਆਂ ਦੇ ਵਿੱਚ ਦਰਿਆਵਾਂ ਦੇ ਕੰਢਿਆਂ ਤੇ ਹੁੰਦਾ ਸੀ। ਇਸ ਵਿਧਨਾ ਨਗਰ ਵੀ ਦਰਿਆਵਾਂ ਦੇ ਕੰਢਿਆਂ ਤੇ, ਨਦੀਆਂ ਦੇ ਤੱਟਾਂ ਤੇ ਵਸਦੇ ਸਨ, ਤੇ ਹਰ ਵਕਤ ਹੀ ਉੱਥੇ ਵੱਡੀ ਭੀੜ ਵੀ ਰਹਿੰਦੀ ਹੁੰਦੀ ਸੀ। ਕਿਉਂਕਿ ਕਿਸੇ ਘਰ ਚੋਂ ਕਦੇ ਕਿਸੇ ਨੇ ਚਲੇ ਜਾਣਾ, ਕਿਸੇ ਨੇ ਬਸਤਰ ਧੋ ਕੇ ਲਿਆਉਣੇ, ਕਿਸੇ ਨੇ ਭਾਂਡੇ ਮਾਂਜ ਕੇ ਲਿਆਉਣੇ, ਕਿਸੇ ਨੇ ਖੁਦ ਇਸ਼ਨਾਨ ਕਰਨਾ। ਅਕਸਰ ਅੰਮ੍ਰਿਤ ਵੇਲੇ ਉਦੋਂ ਹੀ ਭੀੜ ਸ਼ੁਰੂ ਹੋ ਜਾਂਦੀ ਸੀ। ਬਹੁਤਾਤ ਵਿੱਚ ਲੋਕ ਸਵੇਰ ਦਾ ਇਸ਼ਨਾਨ ਵੀ ਦਰਿਆਵਾਂ ਦੇ ਕੰਢਿਆਂ ਤੇ ਕਰਦੇ ਹੁੰਦੇ ਸਨ। ਸੋ ਇਸ ਵਿਧ ਉਸ ਸਥਾਨ ਤੇ ਵੀ ਬਹੁਤ ਵੱਡੀ ਭੀੜ ਹੈ, ਜਿੱਥੇ ਇਹ ਸਾਰੀ ਕਿਰਿਆ ਚੱਲ ਰਹੀ ਹੈ ਨਾ। ਲਾਲ ਗੋਬਿੰਦ ਰਾਏ ਜੀ ਅੱਜ ਆਪਣੀ ਮੌਜ ਵਿੱਚ ਵਰਤ ਰਹੇ ਨੇ। ਉੱਥੇ ਦਰਿਆਵਾਂ ਦੇ ਕੰਢੇ ਤੇ ਇਹ ਇੱਕ ਵੱਡੀ ਬਖਸ਼ਿਸ਼ ਵਰਤ ਰਹੀ ਹੈ, ਤੇ ਬਹੁਤ ਸਾਰੀ ਲੋਕਾਈ, ਉਹ ਕਹਿ ਲਈਏ ਪਟਨੇ ਦੀ ਬਹੁਤ ਸੰਗਤ, ਉੱਥੋਂ ਦੇ ਵਸਣ ਵਾਲੇ ਜਿਹੜੇ ਲੋਕ ਨੇ, ਬਹੁਤ ਸਾਰੇ ਮਨੁੱਖ, ਉਹ ਸਾਰਾ ਕੁਝ, ਉਹ ਨਜ਼ਾਰਾ ਆਪਣੇ ਅੱਖੀ ਬਿਲੋਕ ਵੇਖ ਰਹੇ ਨੇ। ਭਾਈ ਸਾਹਿਬ ਜੀਆਂ ਨੇ ਸ਼ਬਦ ਲਿਖਿਆ, ਗਨ ਲੋਕ ਬਿਲੋਕਤ ਹੇਤ ਖਰੇ, ਤੇ ਵੇਖ ਵੀ ਬੜੇ ਪਿਆਰ ਸਹਿਤ ਰਹੇ ਨੇ ਵੀ ਅੱਜ ਇੱਥੇ ਵਰਤ ਕੀ ਰਿਹਾ, ਅੱਜ ਕੀ ਕੁਝ ਚੱਲ ਰਿਹਾ ਇੱਥੇ। ਕਿਉਂਕਿ ਬਖਸ਼ਿਸ਼ ਤੋਂ ਤੇ ਪਹਿਲਾਂ ਹੀ ਸਾਰਾ ਪਟਨਾ ਪ੍ਰਭਾਵਿਤ ਹੈ। ਜਿਸ ਦਿਨ ਤੋਂ ਪਟਨੇ ਦੀ ਧਰਤੀ ਤੇ ਅਵਤਾਰ ਹੋਇਆ, ਸਾਰੇ ਪਟਨੇ ਦੀ ਸੰਗਤ ਗੁਰੂ ਪੁੱਤਰ ਨੂੰ ਪੂਰਨ ਪੁਰਖ ਜਾਣ ਕਰਕੇ ਨਮਸਕਾਰ ਕਰਦੀ ਹੈ ਵੀ ਇਹ ਆਮ ਮਨੁੱਖ ਤੇ ਹੈ ਨਹੀਂ ਨੇ, ਪਰੰਤੂ ਅੱਜ ਜਿਹੜੀ ਖੇਡ ਚੱਲੀ ਹੈ ਇਸ ਤੱਟ ਤੇ, ਉਹਨੂੰ ਵੇਖ ਕੇ ਪਟਨੇ ਦੇ ਜਿਹੜੇ ਵਾਸੀ ਹਨ, ਦਰਿਆਵਾਂ ਦੇ ਕੰਢੇ ਤੇ ਜਿਤਨੇ ਵੀ ਉਸ ਥਾਂ ਤੇ ਤੱਟ ਤੇ ਮਨੁੱਖ ਆਦਿ ਖੜੇ ਹਨ, ਇਸਤਰੀਆਂ ਖੜੀਆਂ ਨੇ, ਉਹ ਸਭ ਵੇਖ ਕੇ ਬਹੁਤ ਹੈਰਾਨ ਹਨ। ਕਰ ਜੋਰਤ ਦੂਰ ਤੇ ਸੀਸ ਨਵਾਏ, ਤੇ ਉਹ ਖੇਡ ਨੂੰ ਵੇਖ ਕੇ ਕਰਦੇ ਕੀ ਨੇ, ਦੂਰ ਖੜੇ ਹੀ ਲਾਲ ਜੀਆਂ ਦੇ ਵੱਲ ਹੱਥ ਜੋੜ ਕੇ ਤੇ ਆਪਣਾ ਸੀਸ ਨਵਾ ਕੇ ਨਮਸਕਾਰ ਕਰ ਦਿੰਦੇ ਹਨ ਕਿ ਇਹ ਪੂਰਨ ਪੁਰਖ ਨੂੰ ਨਮਸਕਾਰ ਆ, ਜੋ ਇਹਨਾਂ ਦੀ ਮੌਜ ਹੈ ਉਹ ਕੌਤਕ ਇਹ ਕਰ ਰਹੇ ਹਨ। ਦਰਸੈ ਪਰਸੈ ਹਰਖੈ ਉਰਮੈ, ਬਹੁ ਭਾਵ ਤਰੇ ਗੁਣ ਭਾਕ ਸੁਣਾਵੈ। ਦਰਸੈ, ਦਰਸੈ ਤੋਂ ਭਾਵ ਹੈ ਇੱਕ ਤੇ ਦਰਸ਼ਨ ਕਰਦੇ ਨੇ, ਤੇ ਕਿੰਨੇ ਵੱਡੇ ਭਾਗ ਹੋਣਗੇ ਗੁਰਮੁਖੋ ਜਿਨ੍ਹਾਂ ਨੇਤਰਾਂ ਨਾਲ ਸਤਿਗੁਰੂ ਨੂੰ ਸਰੀਰ ਕਾਲ ਵਿੱਚ ਵੇਖਿਆ ਹੋਣਾ, ਜਿਨ੍ਹਾਂ ਉਸ ਆਰਬਲਾ ਦੇ ਵਿੱਚ ਜਦੋਂ ਲਾਲ ਜੀ ਪ੍ਰਗਟੇ ਨੇ। ਐਵੇਂ ਤੇ ਅਸੀਂ ਇਤਿਹਾਸ 'ਚ ਪੜ੍ਹਾਂਗੇ, ਅੱਗੇ ਜ਼ਿਕਰ ਵੀ ਆਵੇਗਾ ਵੀ ਜਿਸ ਦਿਨ ਲਾਲ ਜੀ ਪਿਤਾ ਗੁਰਦੇਵ ਜੀਆਂ ਦੇ ਨਾਲ ਪਟਨੇ ਦੀ ਧਰਤੀ ਨੂੰ ਛੱਡ ਕੇ ਪੰਜਾਬ ਦੇਸ਼ ਵੱਲ ਤੁਰੇ ਸਨ ਨਾ, ਤੇ ਪਟਨੇ ਵਾਸੀਆਂ ਦੀਆਂ ਧਾਹਾਂ ਨਿਕਲ ਗਈਆਂ ਸਨ, ਅਸ਼ਕਬਾਰ ਹੋ ਗਏ ਸਨ, ਨੇਤਰਾਂ 'ਚੋਂ ਜਲ ਨਹੀਂ ਰੁਕਦਾ ਸੀ, ਰਾਵਾਂ ਵਿੱਚ ਆ ਕੇ ਬਹਿ ਗਏ ਸਨ ਵੀ ਮਹਾਰਾਜ ਜੇ ਤੁਸੀਂ ਚੱਲਿਓ ਸਾਡੇ ਤੇ ਦੇਸ਼ ਦੀ ਰੌਣਕ ਹੀ ਖਤਮ ਹੋ ਜਾਣੀ ਹੈ। ਤੇ ਮਹਾਰਾਜ ਨੇ ਬੜੀਆਂ ਸੀਸਾਂ ਦਿੱਤੀਆਂ ਸਨ, ਉਹ ਅੱਗੇ ਜ਼ਿਕਰ ਆਵੇਗਾ ਇਤਿਹਾਸ ਵਿੱਚ, ਆਪਾਂ ਬਰੀਕੀ ਨਾਲ ਵਾਚਾਂਗੇ ਸਭ ਕੁਝ। ਸੋ ਜਿਸ ਵਕਤ ਦਰਸ਼ਨ ਕਰਦੇ ਨੇ, ਇੱਕ ਤੇ ਮੂਰਤ ਬਹੁਤ ਪਿਆਰੀ ਹੈ, ਮੈਂ ਫਿਰ ਵੀ ਜ਼ਿਕਰ ਕਰਾਂ, ਇੱਕ ਜਿਹੜਾ ਅੱਜ ਕੌਤਕ ਵਰਤ ਰਿਹਾ ਹੈ, ਜਿਹੜੀ ਖੇਡ ਹੋ ਰਹੀ ਹੈ ਉਸ ਜਲ ਦੇ ਵਿੱਚ, ਪਰਸੈ ਹਰਸੈ ਉਰਮੈ, ਉਹ ਸਭ ਕੁਝ ਵੇਖ ਕੇ ਨੇਤਰਾਂ ਨਾਲ ਮਾਣ ਕੇ ਤੇ ਬਹੁਤ ਹਿਰਦੇ ਵਿੱਚ ਪ੍ਰਸੰਨ ਹੁੰਦੇ ਨੇ। ਪਟਨੇਪੁਰ ਵਾਸੀ ਜਿਤਨੀ ਵੀ ਸਿੱਖ ਸੰਗਤ ਹੈ ਬਹੁਤ ਪ੍ਰਸੰਨ ਹੁੰਦੇ ਨੇ। ਬਹੁ ਭਾਵ ਤਰੇ ਗਨ ਭੀਖ ਸੁਣਾਇਆ,
ਬਹੁ ਭਾਵ ਤਰੇ, ਭਾਵ ਤੋਂ ਭਾਵ ਹੈ ਕਿ ਬੜੀ ਪ੍ਰਬਲ ਭਾਵਨਾ ਦੇ ਨਾਲ ਇੱਕ ਤੇ ਦਰਸ਼ਨ ਕਰਦੇ ਨੇ, ਪਰਸਦੇ ਹਨ, ਤੇ ਇੱਕ ਆਪਣੀ ਅੰਦਰ ਦੀ ਜਿਹੜੀ ਵੇਦਨਾ ਹੈ, ਜੋ ਵੀ ਉਹਨਾਂ ਦੇ ਅੰਦਰ ਸਤਿਗੁਰੂ ਜੀ ਕੇ ਪ੍ਰਤੀ ਪ੍ਰੇਮ ਹੈ, ਉਸ ਪ੍ਰੇਮ ਵਿੱਚ ਆ ਕੇ ਮਹਾਰਾਜ ਜੀ ਕੇ ਚਰਨਾਂ 'ਚ ਨਮਸਕਾਰ ਕਰਦੇ ਨੇ। ਬੜੇ ਵੱਡੇ ਭਾਗ ਨੇ ਉਹਨਾਂ ਮਨੁੱਖਾਂ ਦੇ ਜਿਨ੍ਹਾਂ ਨੇਤਰਾਂ ਦੇ ਨਾਲ ਸਤਿਗੁਰੂ ਜੀ ਦਾ ਦੀਦਾਰ ਇਸ ਵਿਧ ਪਾਇਆ ਹੈ ਜੀ। ਗੁਰ ਤੇਗ ਬਹਾਦਰ ਕੇ ਇਹ ਨੰਦਨ, ਜਾਗਤ ਜਾਰੀ ਜੋਤ ਜਨਾਵੈ। ਤੇ ਫਿਰ ਵਿਚਾਰ ਕਰਦੇ ਹਨ ਕਿ ਇਹ ਜਿਹੜੇ ਪੁਰਖ ਹਨ, ਬੱਚੇ ਹਨ, ਗੁਰੂ ਤੇਗ ਬਹਾਦਰ ਕੇ ਇਹ ਨੰਦਨ, ਨੌਵੇਂ ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀਓ ਕੇ ਲਾਡਲੇ ਸੁਪੁੱਤਰ ਹਨ, ਉਹਨਾਂ ਦੇ ਲਾਡਲੇ ਬੱਚੇ ਹਨ। ਹਾਲਾਂਕਿ ਇਹ ਤੋਂ ਤੱਕ ਮੈਂ ਬੇਨਤੀ ਕਰਾਂ, ਲਾਲ ਗੋਬਿੰਦ ਰਾਏ ਜੀ ਦੀ ਆਰਵਲਾ 2-3 ਵਰ੍ਹਿਆਂ ਤੋਂ ਉੱਤੇ ਹੋ ਚੱਲੀ ਹੈ, ਲੇਕਿਨ ਅਜੇ ਤੱਕ ਇੱਕ ਵਾਰ ਵੀ ਪਿਤਾ ਗੁਰਦੇਵ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਆ ਕੇ ਆਪਣੇ ਨੇਤਰਾਂ ਨਾਲ ਉਹਨਾਂ ਨੂੰ ਤੱਕਿਆ ਨਹੀਂ ਹੈ, ਕਿਉਂਕਿ ਉਹ ਪੂਰਬ ਦੇਸ਼ ਬਿਹਾਰ, ਪਟਨੇ ਆਦਿ ਕਿੰਨਾ ਅੱਗੇ, ਬਹੁਤ ਅੱਗੇ ਗਏ ਹੋਏ ਸਨ। ਸੋ ਫਿਰ ਵੀ ਸੰਗਤ ਦੇ ਅੰਦਰ ਇਹ ਸਭ ਕੁਝ, ਜੋ ਕੁਝ ਸੰਗਤ ਵੇਖਦੀ ਹੈ, ਉਹਦਾ ਇਤਨਾ ਪ੍ਰਭਾਵ ਹੈ ਵੀ ਉਹ ਵੇਖ ਕੇ ਫਿਰ ਕਹਿੰਦੇ ਹਨ ਧੰਨ ਨੇ ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ, ਤੇ ਧੰਨ ਨੇ ਉਹਨਾਂ ਦੇ ਇਹ ਲਾਡਲੇ ਸੁਪੁੱਤਰ ਜਿਨ੍ਹਾਂ ਦੇ ਅੰਦਰ ਇਤਨੀ ਬਖਸ਼ਿਸ਼ ਹੈ। ਜਾਗਤ ਜਾਹਰੀ ਜੋਤ ਜਨਾਵੈ, ਜਾਗਤ ਤੋਂ ਭਾਵ ਹੈ ਜਗਦੀ ਹੋਈ, ਜ਼ਾਹਰੀ ਪ੍ਰਗਟ ਰੂਪ ਵਿੱਚ, ਜਿਵੇਂ ਸਾਹਮਣੇ ਦਿਖਦਾ ਹੈ। ਜੋਤ, ਜੋਤ ਸ਼ਬਦ ਆਉਂਦਾ ਪਰਿਪੂਰਨ ਪਰਮਾਤਮਾ ਦੀ ਜਿੱਥੇ ਬਖਸ਼ਿਸ਼ ਵਰਤਦੀ ਹੈ। ਵੈਸੇ ਜੋਤ ਦਾ ਜ਼ਿਕਰ ਅਸੀਂ ਪੜਾਂਗੇ ਬਾਣੀ ਵਿੱਚ, ਸਾਡੇ ਅੰਦਰ ਵੀ ਹੈ, ਲੇਕਿਨ ਉਹ ਪ੍ਰਗਟ ਨਹੀਂ ਹੈ। ਜਿੱਥੇ ਪ੍ਰਗਟ ਹੋ ਚੁੱਕਿਆ, ਜਿੱਥੇ ਉਹ ਕਲਾ ਪ੍ਰਤੱਖ ਰੂਪ ਵਿੱਚ ਉਸ ਘਟ ਵਿੱਚ ਵਰਤਦੀ ਹੋਈ ਨਜ਼ਰ ਆਉਂਦੀ ਹੈ, ਜਿੱਥੇ ਉਹ ਕਰਤਾ ਪੁਰਖ ਵਾਹਿਗੁਰੂ ਦੀ ਖੇਡ ਪ੍ਰਤੱਖ ਰੂਪ ਵਿੱਚ ਸਾਹਮਣੇ ਬਣਦੀ ਹੋਈ ਸਭ ਕਿਸੇ ਨੂੰ ਦਿਸ ਪੈਂਦੀ ਹੈ, ਉਹ ਘਟ ਕਿਹੜਾ ਹੈ? ਲਾਲ ਗੋਬਿੰਦ ਰਾਏ ਜੀ ਦਾ ਪਾਵਨ ਪਵਿੱਤਰ ਸਰੀਰ ਹੈ, ਜੋ ਪ੍ਰਗਟ ਹੋਇਆ ਹੁਣੇ ਥੋੜੇ ਸਮੇਂ ਵਿੱਚ ਹੀ, ਤੇ ਜਿਹੜਾ ਬਚਪਨ ਤੋਂ ਹੀ ਇੰਨੇ ਅਗੰਮੀ ਕੌਤਕ ਕਰ ਰਹੇ ਨੇ, ਬਚਪਨ ਤੋਂ ਏਡੀਆਂ ਅਗੰਮੀ ਖੇਡਾਂ ਖੇਡ ਰਹੇ ਨੇ। ਕਿਉਂਕਿ ਨਾ ਇੱਥੇ ਤੇ ਅੱਜ ਇਹ ਜ਼ਿਕਰ ਪ੍ਰਾਰੰਭ ਹੋਇਆ, ਪਹਿਲੀ ਸਾਖੀ ਅਸੀਂ ਕਹਿ ਲਈਏ ਲਾਲ ਜੀ ਕੇ ਜੀਵਨ ਦੀ, ਕਿ ਉਹਨਾਂ ਨੇ ਦਰਿਆ ਵਿੱਚ ਜਾ ਕਰਕੇ ਇਹ ਖੇਡ ਕੀਤੀ ਹੈ। ਹੁਣ ਇਸ ਤੋਂ ਅੱਗੇ ਜਿਹੜੇ ਜਿਹੜੇ ਜ਼ਿਕਰ ਆਉਣਗੇ ਨਾ, ਬਹੁਤ ਸਾਰੇ ਹਵਾਲੇ ਨੇ ਉਸ ਪਵਿੱਤਰ ਧਰਤੀ ਦੇ, ਜਿੱਥੇ ਲਾਲ ਜੀਆਂ ਨੇ ਆਪਣੀਆਂ ਹਾਣੀਆਂ ਦੇ ਨਾਲ ਜਾਂ ਆਪਣੀ ਮੌਜ ਵਿੱਚ ਗੰਗਾ ਦੇ ਕਿਨਾਰੇ ਤੇ, ਘਰ ਵਿੱਚ ਆਦਿਕ ਬਹੁਤ ਥਾਵਾਂ ਤੇ, ਜਾਂ ਵੱਖ-ਵੱਖ ਥਾਵਾਂ ਤੇ ਜਾ ਕਰਕੇ ਇਹ ਸਭ ਕੁਝ ਕੌਤਕ ਕੀਤੇ ਨੇ, ਬਖਸ਼ਿਸ਼ਾਂ ਵਰਤਾਈਆਂ ਨੇ। ਲੇਕਿਨ ਜਦੋਂ ਕਿਤੇ ਇਸ ਸਰੀਰ ਦੇ ਵਿੱਚ ਕਰਤਾ ਪੁਰਖ ਵਾਹਿਗੁਰੂ ਦੀ ਕਿਰਪਾ ਵਰਤਦੀ ਕਿਸੇ ਗੁਰਮੁਖ ਪ੍ਰਾਣੀ ਨੂੰ ਨਜ਼ਰ ਆਉਂਦੀ ਹੈ, ਕਿਉਂਕਿ ਪ੍ਰਤੱਖ ਹੈ ਨਾ ਸਤਿਗੁਰੂ ਮੂਰਤ, ਗੁਰੂ ਦੀ ਜਿਹੜੀ ਮੂਰਤ ਹੈ ਉਹ ਪਾਰਬ੍ਰਹਮ ਪਰਮੇਸ਼ਵਰ ਦੀ ਮੂਰਤ ਹੈ। ਸੋ ਜਦੋਂ ਕਿਸੇ ਨੂੰ ਨਜ਼ਰ ਆਉਂਦੀ ਹੈ ਤੇ ਫਿਰ ਉਹ ਸੀਸ ਨਵਾ ਕੇ ਕਹਿ ਦਿੰਦਾ ਵੀ ਇਹ ਤੇ ਜ਼ਾਹਰ ਜੋਤ ਨੇ, ਜਾਗਤ ਜੋਤ ਨੇ, ਇਹ ਸੰਸਾਰਿਕ ਮਨੁੱਖ ਨਹੀਂ ਨੇ, ਇਹ ਤੇ ਪੂਰਨ ਪੁਰਖ ਨੇ। ਕਿਉਂਕਿ ਇਹਨਾਂ ਦੇ ਘਟ ਤੋਂ ਜਿਹੜੀ ਕੋਈ ਖੇਡ ਬਣਦੀ ਹੈ, ਜਾਂ ਜੋ ਕੋਈ ਬਚਨ ਫੁਰਦਾ ਹੈ, ਕੋਈ ਵਾਕ ਆਉਂਦਾ ਹੈ, ਕੋਈ ਵੀ ਇੱਕ ਇਉਂ ਕਹਿ ਲਈਏ, ਜੇ ਕਿਤੇ ਕਿਸੇ ਲਈ ਨਾਰਮਲ ਮੁਸਕਰਾਹਟ ਵੀ ਆ ਜਾਂਦੀ ਹੈ ਨਾ, ਤੇ ਉਹਦੇ ਵਿੱਚ ਵੀ ਉਹਦਾ ਬੜਾ ਵੱਡਾ ਕਲਿਆਣ ਹੁੰਦਾ ਹੈ। ਇਸ ਲਈ ਭਾਈ ਸਾਹਿਬ ਜੀ ਨੇ ਸ਼ਬਦ ਵਰਤੇ ਨੇ, ਪਟਨਾਪੁਰ ਦੀ ਸੰਗਤ ਸਾਰੀ ਇਸ ਗੱਲੋਂ ਧੰਨਤਾ ਦੇ ਯੋਗ ਸੀ ਤੇ ਕਹਿ ਰਹੀ ਸੀ ਕਿ ਸਤਿਗੁਰੂ ਧੰਨ ਨੇ ਗੁਰੂ ਤੇਗ ਬਹਾਦਰ ਮਹਾਰਾਜ, ਜਿਨ੍ਹਾਂ ਦੇ ਘਰ ਅੰਦਰ ਲਾਲ ਗੋਬਿੰਦ ਰਾਏ ਜੀ ਪ੍ਰਗਟੇ ਨੇ, ਜਿਹੜੇ ਕਿ ਸੰਸਾਰ ਵਿੱਚ ਜਦੋਂ ਵੀ ਕਿਤੇ ਵਰਤਦੇ ਨੇ, ਵਿਚਰਦੇ ਨੇ, ਮੁਸਕਰਾਉਂਦੇ ਨੇ, ਹੱਸਦੇ ਖੇਡਦੇ ਜਾਂ ਕੋਈ ਕੀੜਾ ਕਰਦੇ ਨੇ, ਵਿੱਚੋਂ ਸਾਖਸ਼ਾਤ ਸਾਨੂੰ ਪ੍ਰਮਾਤਮਾ ਦੇ ਝਲਕਾਰੇ ਪੈਂਦੇ ਨੇ, ਉਸ ਰੱਬ ਦੇ ਦਰਸ਼ਨ ਹੁੰਦੇ ਨੇ, ਕਿਉਂਕਿ ਇਸ ਮੂਰਤ ਦੇ ਵਿੱਚ ਹੀ ਉਹ ਪ੍ਰਗਟ ਹੈ। ਸੋ ਇਸ ਵਿੱਚ ਪਟਨਾ ਸਾਹਿਬ ਦੀ ਧਰਤੀ ਤੇ ਲਾਲ ਗੋਬਿੰਦ ਰਾਏ ਜੀਆਂ ਦੇ ਇਹ ਚੋਜ ਵਰਤ ਰਹੇ ਨੇ। ਇਸ ਤੋਂ ਅੱਗੇ ਹੋਰ ਬਹੁਤ ਸਾਰੀਆਂ ਛੋਟੀਆਂ ਸੂਖਸ਼ਮ ਘਟਨਾਵਾਂ ਨੇ, ਜੋ ਕਿਰਪਾ ਉਹਨਾਂ ਨੇ ਖੇਡਦਿਆਂ ਹੀ ਕੀਤੀ ਹੈ ਸਾਰੀ ਸੰਗਤ ਤੇ। ਜੋ ਵੀ ਕੋਈ ਭਾਵਨਾ ਵਾਲਾ, ਹਿਰਦਾ ਜਾਚਨਾ ਵਾਲਾ ਆਇਆ, ਹੱਸਦਿਆਂ ਉਹਨਾਂ ਨੇ ਪਤਾ ਨਹੀਂ ਕਿੰਨੇ ਕੁ ਦਾਨ ਵੰਡੇ ਹੋਏ ਨੇ। ਕਿਉਂਕਿ ਜੇ ਮੁਕੰਮਲ ਪਟਨੇ ਦੇ ਇਤਿਹਾਸ ਦੀ ਅਸੀਂ ਗੱਲ ਕਰੀਏ ਨਾ, ਤੇ ਬੜੀ ਕਿਰਪਾ ਉਸ ਧਰਤੀ ਤੇ ਅੱਜ ਵੀ ਭਾਵਨਾ ਵਾਲੇ ਸਿੱਖ ਜਾ ਕਰਕੇ ਤਖਤ ਸ੍ਰੀ ਹਰਿਮੰਦਰ ਦੇ ਦਰਸ਼ਨ ਕਰਦੇ ਨੇ ਤੇ ਗਵਾਹੀ ਭਰ ਦਿੰਦੇ ਨੇ ਜੀ ਉੱਦਾਂ ਹੀ ਵਰਤਦਾ। ਪਰ ਗੱਲ ਸਾਰੀ ਭਾਵਨਾ ਦੀ ਹੈ। ਗੁਰੂ ਭਾਵਨਾ ਬਣਾ ਕੇ ਗੁਰੂ ਨੂੰ ਯਾਦ ਕਰੀਏ, ਸਿਮਰੀਏ, ਗੁਰੂ ਦੇ ਚਰਨਾਂ ਨਾਲ ਜੁੜੀਏ, ਤੇ ਬਹੁਤ ਕੁਝ ਵੇਖਣ ਨੂੰ ਮਿਲਦਾ, ਮਾਨਣ ਨੂੰ ਮਿਲਦਾ, ਤੇ ਬੜੀ ਕਿਰਪਾ ਵਰਤਦੀ ਹੈ। ਸੋ ਇੱਥੇ ਹੀ ਅੱਜ ਦੀ ਸਮਾਪਤੀ ਹੈ ਜੀ।
ਸਮਾਂ ਹੋ ਚੁੱਕਿਆ। ਆਓ ਹੁਣ ਗੁਰਬਾਣੀ ਦੇ ਕੀਰਤਨ ਸਰਵਣ ਕਰਨੇ ਨੇ। ਇਤਿਹਾਸ ਵਾਚਦਿਆਂ ਹੋਈਆਂ ਬੇਅੰਤ ਭੁੱਲਾਂ ਗੁਰਦੇਵ ਗੁਰੂ ਕੀ ਸੰਗਤ ਬਖਸ਼ ਲੈਣਾ। ਰਹਿੰਦੀਆਂ ਵਿਚਾਰਾਂ ਇਸੇ ਤਰ੍ਹਾਂ ਕੱਲ੍ਹ ਦੀਆਂ ਦੀਵਾਨਾਂ ਦਰਾਬ ਸੰਗਤਾਂ ਦੇ ਨਾਲ ਵਿਚਾਰਨ ਦਾ ਯਤਨ ਕਰਾਂਗੇ। ਅਖੀਰਲੀਆਂ ਪੰਕਤੀਆਂ ਪੜ੍ਹ ਕੇ ਗੁਰੂ ਫਤਿਹ ਨਾਲ ਸਾਂਝ ਪਾਈਏ ਜੀ। ਗੁਰੂ ਤੇਗ ਬਹਾਦਰ ਕੇ ਇਹ ਨੰਦਨ, ਜਾਗਤ ਜਾਹਰੀ ਜੋਤ ਜਨਾਵੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।